सूही महला चौथा। कार छेवा एक ओंकार। सतगुर प्रसाद। नीच जात हर जपतिया। उत्तम पदवी पाए। पूछो बिदर दासी सुतै। किसन उतरिया घर जिस जाए। नीच जात हर जपतिया। उत्तम पदवी पाए। पूछो बिदर दासी सुतै। किसन उतरिया घर जिस जाए। हर की अकथ कथा सुनो जन भाई। जित सहसा दुख भूख सब लह जाए। रहाओ रविदास चमार उस्तत करे। हर कीरत निमक एक गाए। पतित जात उत्तम पया। चार वरण पए पग आए। नाम दे प्रीत लगी हर सेती। लोक शिपा कह बुलाए। खतरी ब्राह्मण पिठ दे छोड़े। हर नाम देओ लिया मुख लाए। जितने भगत हर सेवका। मुख 68 तीरथ तिन तिलक कढ़ाए। जन नानक तिन को अन दिन परसे। जे कृपा करे हर राए। जितने भगत हर सेवका। मुख 68 तीरथ तिन तिलक कढ़ाए। जन नानक तिन कौ अन दिन परसे। जे कृपा करे हर राए। वाहिगुरु जी का खालसा वाहिगुरु जी की फतेह। जुग जुग अटल लोक परलोक दे राखे। तख्त चवर छतर दे मालक। दो जहान दे वाली निमाणियां दे मान नितानियां दे तान। धन धन साहिब श्री गुरु ग्रंथ साहिब सच्चे पातशाह जी दी पावन पवित्र हजूरी च सिख पंथ दे महान ते पावन पवित्र अस्थान गुरुद्वारा दीवान हाल मंजी साहिब विखे जुड़ बैठी साध संगत जी। जिन्ने को अज आपां गुरु की सिफत सलाह सुनन वास्ते इकट्ठे होए हाँ। एक बारी फिर धन गुरु गोबिंद सिंह महाराज वालों बख्शिश की हुई फतेह की सांझ पाइए। वाहिगुरु जी का खालसा वाहिगुरु जी की फतेह। गुरु दे बोल सुनना
ਗੁਰੂ ਦੇ ਸ਼ਬਦ ਨੂੰ ਸੁਣਨਾ, ਗੁਰੂ ਨਾਲ ਗੱਲਾਂ ਕਰਨੀਆਂ, ਇਹ ਬਹੁਤ ਵੱਡੇ ਭਾਗਾਂ ਵਾਲੇ ਸਿੱਖਾਂ ਦੇ ਹਿੱਸੇ 'ਚ ਆਉਂਦਾ ਹੈ। ਜਿਸ ਗੁਰੂ ਨੂੰ ਅਸੀਂ ਮੱਥਾ ਟੇਕਣ ਆਏ ਹਾਂ, ਜਿਸ ਗੁਰੂ ਤੇ ਸਾਡਾ ਵਿਸ਼ਵਾਸ ਹੈ, ਉਸ ਗੁਰੂ ਨਾਲ ਸ਼ਬਦਾਂ ਦੀ ਸਾਂਝ ਪਾਉਣੀ, ਇਹ ਗੁਰੂ ਪਿਆਰਿਓ ਉਹਨਾਂ ਨੂੰ ਨਸੀਬ ਹੁੰਦੀ ਹੈ ਜਿਨ੍ਹਾਂ ਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ। ਅਸੀਂ ਅੱਜ ਗੁਰੂ ਦੇ ਸ਼ਬਦ ਨਾਲ ਸਾਂਝ ਪਾਉਣ ਵਾਸਤੇ ਬੈਠੇ ਹਾਂ ਇੱਥੇ। ਸ਼ਬਦ ਨਾਲ ਸਾਂਝ, ਗੁਰੂ ਦੇ ਬੋਲਾਂ ਦੇ ਨਾਲ ਸਾਂਝ, ਗੁਰੂ ਦੇ ਉਪਦੇਸ਼ਾਂ ਨਾਲ ਸਾਂਝ, ਗੁਰੂ ਦੀਆਂ ਸਿੱਖਿਆਵਾਂ ਦੇ ਨਾਲ ਸਾਂਝ, ਗੁਰੂ ਦੇ ਸਿਧਾਂਤਾਂ ਦੇ ਨਾਲ ਸਾਂਝ, ਗੁਰੂ ਦੀਆਂ ਸਿੱਖਿਆਵਾਂ ਦੇ ਨਾਲ ਸਾਂਝ, ਗੁਰੂ ਦੇ ਸਿਧਾਂਤਾਂ ਦੇ ਨਾਲ ਸਾਂਝ, ਗੁਰੂ ਦੀਆਂ ਬਾਤਾਂ ਦੇ ਨਾਲ ਸਾਂਝ, ਇਹ ਗੁਰੂ ਨਾਲ ਸਾਂਝ ਹੈ। ਤੇ ਜਿਹਦੀ ਗੁਰੂ ਨਾਲ ਸਾਂਝ ਹੈ, ਉਸ ਤੋਂ ਵੱਡਾ ਗੁਰੂ ਪਿਆਰਿਓ ਜਗਤ ਦੇ ਵਿੱਚ ਭਾਗਿਆਸ਼ਾਲੀ ਜਿਹੜਾ ਉਹ ਕੋਈ ਨਹੀਂ ਹੈ। ਚਾਹੇ ਅਸੀਂ ਸਨਮੁਖ ਬੈਠ ਕੇ ਇੱਥੇ ਗੁਰੂ ਦੇ ਬੋਲ ਸੁਣ ਰਹੇ ਹਾਂ ਜਾਂ ਟੀਵੀ ਮਾਧਿਅਮ ਦੇ ਰਾਹੀਂ ਸੁਣ ਰਹੇ ਹਾਂ, ਸਾਡੇ ਤੇ ਕਿਰਪਾ ਹੈ ਅਕਾਲ ਪੁਰਖ ਦੀ, ਬਖਸ਼ਿਸ਼ ਹੈ ਉਸ ਵਾਹਿਗੁਰੂ ਦੀ ਕਿ ਸਾਨੂੰ ਸੁਣਨਾ ਨਸੀਬ ਹੋ ਰਿਹਾ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਤੋਂ ਜੋ ਹੁਕਮ ਸਾਡੀ ਝੋਲੀ ਪਿਆ, ਉਸ ਹੁਕਮ ਦੀ ਵਿਚਾਰ ਅੱਜ ਆਪਾਂ ਸੰਗਤੀ ਰੂਪ ਦੇ ਵਿੱਚ ਬੈਠ ਕੇ ਸਾਂਝੀ ਕਰਨੀ ਹੈ। ਇਹ ਜਿਹੜਾ ਸ਼ਬਦ ਹੈ ਜੋ ਹੁਕਮ ਦੇ ਰੂਪ ਦੇ ਵਿੱਚ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਇਆ, ਇਹ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ। ਸ਼ਬਦ ਦੇ ਵਿੱਚ ਇੱਕ ਰਹਾਉ ਦੀ ਪੰਗਤੀ ਹੈ। ਸਭ ਤੋਂ ਪਹਿਲਾਂ ਰਹਾਉ ਦੀ ਪੰਗਤੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਨਾ ਹੈ, ਕਿਉਂਕਿ ਰਹਾਉ ਦੀ ਪੰਗਤੀ ਦੇ ਵਿੱਚ ਸ਼ਬਦ ਦਾ ਤੱਤ ਸਾਰ ਹੈ। ਸ਼ਬਦ ਇਸ ਰਹਾਉ ਦੀ ਪੰਗਤੀ ਦੇ ਵਿੱਚ ਦਿੱਤੇ ਤੱਤ ਸਾਰ ਦੀ ਵਿਆਖਿਆ ਹੈ। ਰਹਾਉ ਦੀ ਪੰਗਤੀ 'ਚ ਕੀ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ? ਸੁਣਿਓ ਗੁਰੂ ਪਿਆਰਿਓ, ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਹਰ ਕੀ ਅਕਥ ਕਥਾ ਸੁਨਹੁ ਜਨ ਭਾਈ। ਹਰ ਕੀ ਅਕਥ ਕਥਾ। ਹੁਣ ਅਕਥ ਕਥਾ ਕੀ ਹੁੰਦੀ ਹੈ ਗੁਰੂ ਪਿਆਰਿਓ? ਅਕਥ ਕਥਾ ਹੁੰਦੀ ਹੈ ਨਾ ਕਥੀ ਜਾਣ ਵਾਲੀ ਕਥਾ, ਜਿਹੜੀ ਬਿਆਨ ਹੀ ਨਹੀਂ ਹੋ ਸਕਦੀ। ਹੁਣ ਉਹ ਕਿਹੜੀ ਅਕਥ ਕਥਾ ਹੈ ਜਿਹੜੀ ਬਿਆਨ ਹੀ ਨਹੀਂ ਹੋ ਸਕਦੀ? ਉਹ ਹੈ ਅਕਾਲ ਪੁਰਖ ਦੀ ਸਿਫਤ ਸਲਾਹ। ਕਿਉਂਕਿ ਅਕਾਲ ਪੁਰਖ ਦੀ ਸਿਫਤ ਸਲਾਹ ਜਿਹੜੀ ਹੈ ਅਸੀਂ ਅਕਾਲ ਪੁਰਖ ਦੇ ਗੁਣਾਂ ਨਾਲ ਕਰਦੇ ਹਾਂ ਨਾ, ਤੇ ਅਕਾਲ ਪੁਰਖ ਦੇ ਜਿਹੜੇ ਗੁਣ ਹੈ ਉਹ ਅਸੀਮ ਹੈ, ਅਸੀਮ, ਜਿਹਦੀ ਕੋਈ ਸੀਮਾ ਨਹੀਂ ਹੈ। ਇਸ ਕਰਕੇ ਅਕਾਲ ਪੁਰਖ ਦੀ ਸਿਫਤ ਸਲਾਹ ਜਿਹੜੀ ਹੈ ਇਹ ਵੀ ਗੁਰੂ ਪਿਆਰਿਓ ਅਸੀਮ ਹੈ, ਕਥਨ ਤੋਂ ਹੀ ਪਰੇ ਹੈ। ਅਸੀਂ ਓਨੀ ਕੁ ਕਰਦੇ ਹਾਂ ਵਾਹਿਗੁਰੂ ਦੀ ਸਿਫਤ ਸਲਾਹ ਜਿੰਨੀ ਕੁ ਵਾਹਿਗੁਰੂ ਨੇ ਸਾਨੂੰ ਸਮਰੱਥਾ ਬਖਸ਼ੀ ਹੈ। ਅਸੀਂ ਉਹਦੇ ਸੰਪੂਰਨ ਗੁਣਾਂ ਦਾ ਥਾਂ ਨਹੀਂ ਪਾ ਸਕਦੇ, ਸੰਪੂਰਨ ਗੁਣਾਂ ਦਾ ਥਾਂ। ਜਿਵੇਂ ਗੁਰੂ ਪਿਆਰਿਓ ਕਿਸੇ ਨੂੰ ਪਿਆਸ ਲੱਗੀ ਹੈ, ਉਹ ਸਾਰਾ ਦਰਿਆ ਨਹੀਂ ਪੀ ਸਕਦਾ। ਜਿਵੇਂ ਕਿਸੇ ਨੂੰ ਪਿਆਸ ਲੱਗੀ ਹੈ, ਉਹ ਸਾਰਾ ਦਰਿਆ ਨਹੀਂ ਪੀ ਸਕਦਾ, ਲੇਕਿਨ ਉਸ ਦਰਿਆ ਦੇ ਵਿੱਚੋਂ 1-2 ਗਲਾਸ ਤਾਂ ਪੀ ਸਕਦਾ ਹੈ ਨਾ, 1-2 ਗਲਾਸ ਤਾਂ ਪੀ ਸਕਦਾ ਹੈ ਨਾ। ਇੰਨੀ ਕੁ ਤਾਕਤ ਤਾਂ ਇੱਕ ਪਿਆਸੇ 'ਚ ਹੈਗੀ ਹੈ ਨਾ ਕਿ ਉਹ 1 ਜਾਂ 2 ਜਾਂ 3 ਗਲਾਸ ਜਾਂ 4 ਗਲਾਸ ਜਾਂ 5 ਗਲਾਸ ਹੱਦ ਜਲ ਦੇ ਪੀ ਸਕੇ, ਪਾਣੀ ਦੇ ਪੀ ਸਕੇ, ਲੇਕਿਨ ਸਾਰਾ ਦਰਿਆ ਨਹੀਂ ਪੀ ਸਕਦਾ। ਜਿਵੇਂ ਇੱਕ ਮਨੁੱਖ ਪਿਆਸ ਲੱਗਣ ਤੇ ਸਾਰਾ ਦਰਿਆ ਨਹੀਂ ਨਾ ਪੀ ਸਕਦਾ, ਸਾਰੇ ਦਰਿਆ ਦਾ ਪਾਣੀ ਨਹੀਂ ਪੀ ਸਕਦਾ,
ਇਵੇਂ ਕੋਈ ਇੱਕ ਮਨੁੱਖ ਜਿਹੜਾ ਹੈ ਉਹ ਸੰਪੂਰਨ ਵਾਹਿਗੁਰੂ ਦੀ ਕਥਾ ਨੂੰ ਬਿਆਨ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਉਹਦੀ ਕਥਾ ਜਿਹੜੀ ਹੈ ਇਹ ਅਪਰੰਪਾਰ ਹੈ, ਇਹ ਅਕਥ ਹੈ, ਇਹ ਕਥਨ ਤੋਂ ਪਰੇ ਹੈ। ਉਨੀ ਕੁ ਕਰ ਸਕਦਾ ਹੈ ਜਿੰਨੀ ਕੁ ਕਿਸੇ 'ਚ ਸਮਰੱਥਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਬੰਦਾ ਚਾਹੇ ਲੱਖ ਸਾਲ ਬੈਠਾ ਰਹੇ ਲੇਕਿਨ ਉਹ ਸੰਪੂਰਨ ਦਰਿਆ ਕਦੇ ਵੀ ਨਹੀਂ ਪੀ ਸਕੇਗਾ। ਚਾਹੇ ਲੱਖ ਸਾਲ ਜ਼ਿੰਦਗੀ ਹੋ ਜਾਏ ਉਹਦੀ, ਲੱਖ ਸਾਲ ਉਮਰ ਹੋ ਜਾਏ ਉਹਦੀ, ਤੇ ਦਰਿਆ ਵਗਦਾ ਰਵੇ ਤੇ ਉਹ ਸਾਰੇ ਦਰਿਆ ਨੂੰ ਕਦੇ ਵੀ ਪੀ ਕੇ ਖਾਲੀ ਨਹੀਂ ਕਰ ਸਕੇਗਾ। ਇਵੇਂ ਲੱਖ ਸਾਲ ਹੋ ਜਾਏ ਕਿਸੇ ਵਿਅਕਤੀ ਦੀ ਉਮਰ ਤੇ ਲੱਖ ਸਾਲ ਸਾਰੀ ਉਮਰ ਉਹ ਅਕਾਲ ਪੁਰਖ ਦੀ ਸਿਫਤ ਕਰਦਾ ਰਹੇ, ਬੰਦਾ ਮੁੱਕ ਜਾਏਗਾ, ਪਰ ਅਕਾਲ ਪੁਰਖ ਦੀ ਸਿਫਤ ਜਿਹੜੀ ਹੈ ਉਹ ਕਦੇ ਨਹੀਂ ਮੁੱਕੇਗੀ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਐ ਭਾਈ ਜਨੋ, ਐ ਭਾਈ ਜਨੋ, ਐ ਗੁਰੂ ਕੇ ਪਿਆਰਿਓ, ਐ ਗੁਰੂ ਕੇ ਸਿੱਖੋ, ਅਕਾਲ ਪੁਰਖ ਦੀ ਸਿਫਤ ਸਲਾਹ ਦੀ ਜਿਹੜੀ ਕਥਾ ਹੈ ਅਕਥ, ਉਹਨੂੰ ਸੁਣਿਆ ਕਰੋ, ਉਹਨੂੰ ਸੁਣੋ ਜ਼ਰੂਰ। ਆ ਜਿਹੜੀ ਅਸੀਂ ਕਥਾ ਸੁਣ ਰਹੇ ਹਾਂ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸ਼ਬਦ ਦੀ, ਇਹਦੇ ਵਿੱਚ ਅਕਾਲ ਪੁਰਖ ਦੀ ਸਿਫਤ ਸਲਾਹ ਬੜਾਈ ਹੈ। ਅਸੀਂ ਅਕਥ ਕਥਾ ਹੀ ਸੁਣ ਰਹੇ ਹਾਂ। ਇਹ ਸਿਫਤ ਅਕਾਲ ਪੁਰਖ ਦੀ ਹੈ ਸ਼ਬਦ ਦੇ ਵਿੱਚ। ਸਾਰੀ ਗੁਰਬਾਣੀ ਦੇ ਵਿੱਚ ਅਕਾਲ ਪੁਰਖ ਦੀ ਮਹਿਮਾ ਦਾ ਹੀ ਗੁਣਗਾਨ ਹੈ ਗੁਰੂ ਪਿਆਰਿਓ। ਜਦੋਂ ਕੋਈ ਬਾਣੀ ਪੜ੍ਹਦਾ ਹੈ ਨਾ, ਕੋਈ ਨਿਤਨੇਮ ਕਰਦਾ ਹੈ, ਕੋਈ ਸਹਿਜ ਪਾਠ ਕਰਦਾ ਹੈ, ਜਦੋਂ ਕੋਈ ਬਾਣੀ ਪੜ੍ਹਦਾ ਹੈ, ਬਾਣੀ ਨਾਲ ਸਾਂਝ ਪਾਉਂਦਾ ਹੈ, ਤਾਂ ਉਹ ਇੱਕ ਕਿਸਮ ਦੀ ਅਕਾਲ ਪੁਰਖ ਦੀ ਅਕਥ ਕਥਾ ਹੀ ਕਰਦਾ ਹੈ, ਸਿਫਤ ਹੀ ਕਰਦਾ ਹੈ ਗੁਰੂ ਪਿਆਰਿਓ। ਕਿਉਂਕਿ ਬਾਣੀ ਸਿਫਤ ਹੈ ਅਕਾਲ ਪੁਰਖ ਦੀ, ਬਾਣੀ ਪੜ੍ਹਨੀ ਅਕਾਲ ਪੁਰਖ ਦੀ ਸਿਫਤ ਹੈ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਸਿਫਤ ਕਰਿਆ ਕਰੋ। ਸਾਡੇ ਮਨ ਦੇ ਵਿੱਚ ਇੱਕ ਸਵਾਲ ਹੈ ਗੁਰੂ ਪਿਆਰਿਓ, ਬੱਚਿਆਂ ਵਰਗਾ ਹੈ ਸਾਡਾ ਮਨ, ਗੁਰੂ ਸਾਡਾ ਪਿਤਾ ਹੈ। ਛੋਟੇ ਜਿਹੇ ਬੱਚੇ ਨੂੰ ਆਖੀਏ ਨਾ ਕਿ ਪੁੱਤਰ ਆਹ ਕੰਮ ਕਰਿਆ ਕਰ, ਉਹ ਕਹਿੰਦਾ ਜੀ ਮੈਨੂੰ ਕੀ ਮਿਲੂਗਾ। ਜਿਵੇਂ ਸ਼ੇਖ ਫਰੀਦ ਜੀ ਦੀ ਮਾਤਾ ਮਰੀਅਮ ਨੇ ਕਿਹਾ ਸ਼ੇਖ ਫਰੀਦ ਜੀ ਨੂੰ, ਬੱਚਿਆ ਭਗਤੀ ਕਰਿਆ ਕਰ ਜਦੋਂ ਉਹ ਬਚਪਨ 'ਚ ਸੀ। ਕਹਿੰਦੇ ਮਾਤਾ ਮੈਨੂੰ ਕੀ ਮਿਲੂਗਾ, ਜੇ ਮੈਂ ਅੱਲਾ ਦੀ ਬੰਦਗੀ ਕਰੂੰਗਾ ਮੈਨੂੰ ਕੀ ਮਿਲੂਗਾ। ਮਾਤਾ ਨੇ ਕਿਹਾ ਪੁੱਤਰ ਤੈਨੂੰ ਅੱਲਾ ਸ਼ੱਕਰ ਦੇਏਗਾ। ਫਰੀਦ ਜੀ ਨੇ ਮੁਸੱਲਾ ਵਿਛਾਉਣਾ, ਬੰਦਗੀ ਕਰਨੀ, ਮਾਂ ਨੇ ਚੁੱਪ ਕੇ ਜੇ ਮੁਸੱਲੇ ਦੇ ਥੱਲੇ ਸ਼ੱਕਰ ਦੀ ਜਿਹੜੀ ਪੁੜੀ ਜਾਂ ਕੌਲੀ ਰੱਖ ਦੇਣੀ। ਫਰੀਦ ਜੀ ਨੇ ਬੰਦਗੀ ਕਰਕੇ ਉੱਠਣਾ, ਮੁਸੱਲਾ ਜਦੋਂ ਇਕੱਠਾ ਕਰਨਾ, ਦੇਖਣਾ ਸ਼ੱਕਰ ਪਈ ਹੈ, ਮਾਂ ਨੇ ਕਹਿਣਾ ਵੇਖਿਆ ਅੱਲਾ ਨੇ ਸ਼ੱਕਰ ਦਿੱਤੀ ਹੈ ਤੈਨੂੰ, ਤੂੰ ਅੱਲਾ ਦੀ ਬੰਦਗੀ ਕੀਤੀ ਹੈ। ਤੇ ਬੰਦਗੀ ਕਰਦਿਆਂ ਇੱਕ ਦਿਨ ਅਜਿਹਾ ਆ ਗਿਆ, ਫਰੀਦ ਜੀ ਨੂੰ ਸ਼ੱਕਰ ਜਿਹੜੀ ਆ ਉਹ ਫਿੱਕੀ ਲੱਗਣ ਲੱਗ ਪਈ, ਬੰਦਗੀ ਮਿੱਠੀ ਲੱਗਣ ਲੱਗ ਪਈ। ਉਹਨਾਂ ਨੇ ਕਹਿ ਵੀ ਦਿੱਤਾ ਆਪਣੀ ਬਾਣੀ ਦੇ ਵਿੱਚ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀ ਆ। ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ। ਇਹ ਨਹੀਂ ਕਿਹਾ ਫਰੀਦ ਜੀ ਨੇ ਕਿ ਸਾਰੀਆਂ ਵਸਤੂਆਂ ਫਿੱਕੀਆਂ ਨੇ। ਕਹਿੰਦੇ ਬਈ ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ, ਸੱਚ ਹੈ, ਪਰ ਕਹਿੰਦੇ ਵਾਹਿਗੁਰੂ ਦੀ ਬੰਦਗੀ ਦੇ ਮੁਕਾਬਲੇ ਮਿੱਠੀਆਂ ਨਹੀਂ ਹੈ, ਬੰਦਗੀ ਇਸ ਤੋਂ ਵੱਧ ਮਿੱਠੀ ਹੈ। ਸਭੇ ਵਸਤੂ ਮਿੱਠੀ ਆ ਰੱਬ ਨਾ ਪੁੱਜਣ ਤੁਧ। ਇਹ ਵਾਹਿਗੁਰੂ ਦੇ ਨਾਮ ਦੇ ਮੁਕਾਬਲੇ, ਵਾਹਿਗੁਰੂ ਦੀ ਸਿਫਤ ਦੇ ਮੁਕਾਬਲੇ ਮਿੱਠੀਆਂ ਨਹੀਂ ਹੈ। ਇਵੇਂ ਗੁਰੂ ਪਿਆਰਿਓ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਕਹਿੰਦੇ ਹੈ, ਕਹਿੰਦੇ ਐ ਭਾਈ ਜਨੋ ਤੁਸੀਂ ਵਾਹਿਗੁਰੂ ਦੀ ਸਿਫਤ ਸਲਾਹ ਦੀ ਕਥਾ ਸੁਣਿਆ ਕਰੋ। ਤੇ ਸ਼ੇਖ ਫਰੀਦ ਜੀ ਵਾਂਗ ਸਾਡਾ ਮਨ ਕਹਿੰਦਾ ਹੈ ਕਿ ਸਤਿਗੁਰੂ ਜੀ ਜੇ ਅਸੀਂ ਕਥਾ ਸੁਣਾਂਗੇ ਉਸ ਪਰਮਾਤਮਾ ਦੀ ਸਿਫਤ ਸਲਾਹ ਦੀ, ਫਿਰ ਸਾਨੂੰ ਕੀ ਮਿਲੇਗਾ, ਸਾਨੂੰ ਕੀ ਪ੍ਰਾਪਤ ਹੋਏਗਾ। ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਇਸ ਪੰਗਤੀ ਦੇ ਪਿਛਲੇ ਹਿੱਸੇ ਦੇ ਵਿੱਚ ਫਿਰ ਦੱਸਦੇ ਆ ਵੀ ਤੁਹਾਨੂੰ ਮਿਲੂ ਕੀ। ਪਹਿਲਾਂ ਕਹਿੰਦੇ ਆ ਸਿਫਤ ਕਰਿਆ ਕਰੋ, ਸਿਫਤ ਸੁਣਿਆ ਕਰੋ। ਕਰਨੀ ਸਿਫਤ ਤੇ ਸੁਣਨੀ ਸਿਫਤ, ਇਹ ਇੱਕੋ ਹੀ ਗੱਲ ਹੈ ਗੁਰੂ ਪਿਆਰਿਓ। ਸੁਣਨ ਦਾ ਵੀ ਮਹੱਤਵ ਹੈ ਗੁਰਬਾਣੀ 'ਚ,
ਕਥਨ ਦਾ ਵੀ ਮਹਾਤਮ ਹੈ ਬਾਣੀ ਦੇ ਵਿੱਚ। ਇਸ ਕਰਕੇ ਇਹ ਨਾ ਸਮਝਣਾ ਕਿ ਕਥਨ ਦਾ ਮਹਾਤਮ ਹੈ ਸੁਣਨ ਦਾ ਨਹੀਂ ਹੈ, ਸੁਣਨ ਦਾ ਮਹਾਤਮ ਹੈ ਕਥਨ ਦਾ ਨਹੀਂ ਹੈ। ਤੁਸੀਂ ਬਾਣੀ ਪੜ੍ਹਦੇ ਹੋ ਤਾਂ ਵੀ ਮਹਾਨ ਹੈ, ਤੁਸੀਂ ਬਾਣੀ ਸੁਣਦੇ ਹੋ ਤਾਂ ਵੀ ਮਹਾਨ ਹੈ। ਵੈਸੇ ਸੁਣਨਾ ਜਿਹੜਾ ਹੁੰਦਾ ਨਾ, ਇਹ ਗੁਰੂ ਪਿਆਰਿਓ ਕਥਨ ਕਰਨ ਦੇ ਨਾਲੋਂ ਥੋੜਾ ਕਠਿਨ ਹੁੰਦਾ, ਥੋੜਾ ਔਖਾ ਹੁੰਦਾ। ਪਰ ਮਹਾਰਾਜ ਕਹਿੰਦੇ ਨੇ ਭਾਈ ਸੁਣਨਾ ਵੀ ਮਹਾਨ ਹੈ, ਉਸ ਵਾਹਿਗੁਰੂ ਦਾ ਕਥਨ ਕਰਨਾ ਵੀ ਮਹਾਨ ਹੈ। ਤੇ ਸਤਿਗੁਰੂ ਜੀ ਇੱਥੇ ਕਹਿੰਦੇ ਹਰ ਕੀ ਅਕਥ ਕਥਾ ਸੁਨਹੁ ਜਨ ਭਾਈ। ਮਹਾਰਾਜ ਸੁਣਾਂਗੇ ਪਰ ਸਾਨੂੰ ਕੀ ਮਿਲੇਗਾ? ਤਾਂ ਮਹਾਰਾਜ ਕਹਿੰਦੇ ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ। ਦੇਖੋ ਗੁਰੂ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ, ਲਿਖ ਕੇ ਦੇ ਰਹੇ ਨੇ ਸਾਨੂੰ। ਇੱਕ ਤਾਂ ਹੁੰਦਾ ਨਾ ਜ਼ਬਾਨੀ ਕਹਿਣਾ, ਇੱਥੇ ਪਾਤਸ਼ਾਹ ਲਿਖ ਕੇ ਦੇ ਰਹੇ ਨੇ। ਕਹਿੰਦੇ ਜੇ ਤੁਸੀਂ ਅਕਾਲ ਪੁਰਖ ਦੀ ਸਿਫਤ ਕਰੋਗੇ ਨਾ ਪੁੱਤਰੋ, ਐ ਸਿੱਖੋ, ਤੇ ਅਕਾਲ ਪੁਰਖ ਦੀ ਸਿਫਤ ਅਜਿਹੀ ਹੈ ਜਿਸ ਨੂੰ ਕਰਨ ਦੇ ਨਾਲ ਸਹਸਾ ਦੁਖ ਭੂਖ ਸਭ ਲਹਿ ਜਾਏ। ਕੀ ਕੁਝ ਲੈ ਜਾਊਗਾ? ਕਹਿੰਦੇ ਸਾਰਾ ਕੁਝ ਹੀ ਲੈ ਜਾਊਗਾ, ਤੁਹਾਡਾ ਸਹਸਾ ਖਤਮ ਹੋ ਜੂ। ਸਹਸਾ ਕੀ ਹੈ ਗੁਰੂ ਪਿਆਰਿਓ? ਸਹਸਾ ਸਹਸਾ ਹੁੰਦਾ ਗੁਰੂ ਪਿਆਰਿਓ ਸਹਿਮ, ਡਰ। ਸਾਡੇ ਮਨਾਂ ਦੇ ਵਿੱਚ ਇੱਕ ਸਹਿਮ ਹੈ, ਸਹਸਾ ਹੈ। ਹੁਣ ਗੁਰੂ ਪਿਆਰਿਓ ਮਨ 'ਚ ਫਿਰ ਸਵਾਲ ਪੈਦਾ ਹੁੰਦਾ ਵੀ ਸਾਡੇ ਮਨ 'ਚ ਸਹਿਮ ਕਾਹਦਾ ਹੈ, ਸਾਡੇ ਮਨ 'ਚ ਡਰ ਕਾਹਦਾ ਹੈ? ਕਿਸੇ ਨੂੰ ਗੁਰੂ ਪਿਆਰਿਓ ਡਰ ਇਸ ਗੱਲ ਦਾ ਹੈ ਕਿ ਸਾਡੇ ਕੋਲੇ ਪਦਾਰਥ ਨਹੀਂ ਹੈ। ਕਿਸੇ ਨੂੰ ਡਰ ਇਸ ਗੱਲ ਦਾ ਹੈ ਕਿ ਪਦਾਰਥ ਹੈਗੇ ਹੈ, ਕਿਤੇ ਖੋਸੀ ਨਾ ਜਾਣ, ਕਿਤੇ ਚਲੇ ਹੀ ਨਾ ਜਾਣ, ਕਿਤੇ ਖਤਮ ਹੀ ਨਾ ਹੋ ਜਾਣ। ਫਿਰ ਸਭ ਤੋਂ ਵੱਡਾ ਜਿਹੜਾ ਡਰ ਹੈ ਨਾ ਗੁਰੂ ਪਿਆਰਿਓ ਸਾਨੂੰ, ਉਹ ਹੈ ਮੌਤ ਦਾ ਡਰ। ਮੌਤ ਦਾ ਡਰ ਬੰਦਾ ਸਹਿਮਦਾ ਹੈ ਗੁਰੂ ਪਿਆਰਿਓ ਜਦੋਂ ਕਦੇ ਮਨ ਦੇ ਵਿੱਚ ਇਹ ਅਹਿਸਾਸ ਲੈ ਕੇ ਆਉਂਦਾ ਨਾ ਕਿ ਮੈਂ ਤਾਂ ਇੱਕ ਦਿਨ ਚਲੇ ਜਾਣਾ ਜਗਤ ਤੋਂ, ਸੰਸਾਰ ਤੋਂ ਚਲੇ ਜਾਣਾ, ਤੇ ਬੰਦਾ ਸਹਿਮਦਾ ਹੈ। ਮੌਤ ਦਾ ਡਰ ਜਿਹੜਾ ਨਾ ਗੁਰੂ ਪਿਆਰਿਓ, ਇਹ ਸਭ ਤੋਂ ਵੱਡਾ ਡਰ ਹੈ, ਸਭ ਤੋਂ ਵੱਡਾ ਡਰ। ਐਸੀ ਗੱਲ ਨਹੀਂ ਗੁਰੂ ਪਿਆਰਿਓ ਕਿ ਮਨੁੱਖ ਇਸ ਡਰ ਤੋਂ ਬਚਣ ਦਾ ਯਤਨ ਨਹੀਂ ਕਰਦਾ। ਮਨੁੱਖ ਇਸ ਡਰ ਤੋਂ ਬਚਣ ਦਾ ਯਤਨ ਕਰਦਾ ਹੈ। ਕੋਈ ਕਹਿ ਦਿੰਦਾ ਹੈ ਕਿ ਤੇਰੀ ਇੰਨੀ ਉਮਰ ਹੋ ਜੂ, ਤੂੰ ਆਹ ਕੰਮ ਕਰ। ਮਨੁੱਖ ਕਹਿੰਦਾ ਠੀਕ ਹੈ, ਮੈਂ ਕਰ ਲੈਣਾ। ਕਿਸੇ ਸਿਆਣੇ ਕੋਲ, ਜਿਹੜਾ ਗੁਰੂ ਪਿਆਰਿਓ ਕੋਈ ਅਖੌਤੀ ਸਿਆਣਾ ਹੁੰਦਾ ਨਾ, ਪੁੱਛਾਂ ਦੇਣ ਵਾਲਾ, ਉਹਦੇ ਕੋਲ ਜਾਂਦਾ, ਉਹ ਕਹਿੰਦਾ ਤੇਰੀ ਤਾਂ ਉਮਰ ਹੀ ਬੜੀ ਥੋੜੀ ਰਹਿ ਗਈ ਹੈ। ਕਹਿੰਦਾ ਜੀ ਫੇਰ ਕੀ ਢੰਗ ਵਰਤਾਂ, ਕੀ ਉਪਾਅ ਕਰਾਂ? ਉਹ ਕਹਿੰਦਾ ਤੂੰ ਆਹ ਪਾ ਕਰ, ਆਹ ਜੱਗ ਕਰ, ਆਹ ਹੋਮ ਕਰ, ਆਹ ਹਵਨ ਕਰ, ਆਹ ਦਾਨ ਦੇ, ਤੇਰੀ ਉਮਰ ਵੱਧ ਜੂਗੀ, ਨਹੀਂ ਤਾਂ ਤੂੰ ਬਿਮਾਰੀ ਨਾਲ ਮਰ ਜਾਏਗਾ। ਮਨੁੱਖ ਜਿਹੜਾ ਹੈ ਆਪਣੀ ਮੌਤ ਦੇ ਡਰ ਨੂੰ ਫਤਿਹ ਪਾਉਣ ਦੇ ਲਈ ਕਈ ਪ੍ਰਕਾਰ ਦੇ ਕਰਮ ਕਾਂਡ ਕਰਦਾ ਹੈ, ਕਈ ਪ੍ਰਕਾਰ ਦੇ ਕਰਮ ਕਾਂਡ। ਪਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪੁੱਛੀਏ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਨੰਦ ਸਾਹਿਬ ਦੇ ਵਿੱਚ ਕਹਿੰਦੇ ਹੈ, ਕਹਿੰਦੇ ਕਰਮੀ ਸਹਿਜ ਨਾ ਉਪਜੈ। ਪੰਗਤੀ ਹੈ ਨਾ ਮਹਾਰਾਜ ਦੀ ਆਨੰਦ ਸਾਹਿਬ ਦੇ ਵਿੱਚ, ਕਹਿੰਦੇ ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਸਹਸਾ ਨਾ ਜਾਏ। ਉਹ ਕਹਿੰਦੇ ਭਾਈ ਸਿੱਖੋ, ਕਰਮ ਕਾਂਡਾਂ ਦੇ ਨਾਲ ਕਦੇ ਸਹਿਜ ਪੈਦਾ ਨਹੀਂ ਹੁੰਦਾ, ਤੇ ਸਹਿਜ ਤੋਂ ਬਿਨਾਂ ਕਦੇ ਸਹਿਮ ਜਾਂਦਾ ਨਹੀਂ ਹੈ, ਡਰ ਨਹੀਂ ਜਾਂਦਾ ਹੈ। ਮਤਲਬ ਜੇ ਤੁਸੀਂ ਆਪਣਾ ਡਰ ਭਜਾਉਣਾ ਹੈ ਨਾ, ਤੇ ਤੁਹਾਨੂੰ ਆਪਣੇ ਅੰਦਰ ਸਹਿਜ ਲੈ ਕੇ ਆਉਣਾ ਪਊਗਾ। ਸਹਿਜ, ਸਹਿਜ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਸਹਿਜ ਦਾ ਇੱਕ ਅਰਥ ਹੈ ਧੀਰਜ, ਠਰਮਾ, ਸਬਰ ਕਹਿ ਲਓ। ਤੁਹਾਨੂੰ ਆਪਣੇ ਮਨ ਦੇ ਵਿੱਚ ਸਹਿਜ ਲੈ ਕੇ ਆਉਣਾ ਪਊਗਾ, ਧੀਰਜ ਲੈ ਕੇ ਆਉਣਾ ਪਊਗਾ, ਠਰਮਾ ਲੈ ਕੇ ਆਉਣਾ ਪਊਗਾ, ਫੇਰ ਕਹਿੰਦੇ ਸਹਿਮ ਜਾਊਗਾ। ਤੇ ਕਰਮ ਕਾਂਡ ਕਰਨ ਦੇ ਨਾਲ ਕਦੇ ਸਹਿਜ ਪੈਦਾ ਨਹੀਂ ਹੁੰਦਾ, ਸਗੋਂ ਕਰਮ ਕਾਂਡ ਕਰਨ ਦੇ ਨਾਲ ਤਾਂ ਉਤੇਜਨਾ ਪੈਦਾ ਹੁੰਦੀ ਹੈ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਨੰਦ ਸਾਹਿਬ 'ਚ ਕਹਿੰਦੇ ਕਰਮੀ ਸਹਿਜ ਨਾ ਉਪਜੈ। ਕਰਮੀ ਦਾ ਇੱਥੇ ਮਤਲਬ ਹੈ ਕਰਮਾਂ ਦੇ ਨਾਲ, ਕਰਮ ਕਾਂਡਾਂ ਦੇ ਨਾਲ, ਅਡੰਬਰਾਂ ਦੇ ਨਾਲ ਕਦੇ ਸਹਿਜ ਪੈਦਾ ਨਹੀਂ ਹੁੰਦਾ। ਤੇ ਜਿੰਨਾ ਚਿਰ ਸਹਿਜ ਪੈਦਾ ਨਹੀਂ ਹੁੰਦਾ, ਉਹਨਾਂ ਚਿਰ ਕਦੇ ਸਹਿਮ ਨਹੀਂ ਜਾਂਦਾ, ਕਦੇ ਡਰ ਨਹੀਂ ਜਾਂਦਾ, ਕਦੇ ਸਹਸਾ ਨਹੀਂ ਜਾਂਦਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਇੱਥੇ ਕਹਿੰਦੇ ਨੇ
ਕਹਿੰਦੇ ਐ ਪੁੱਤਰੋ, ਐ ਸਿੱਖੋ। ਕਿਹਨੂੰ ਕਹਿ ਰਹੇ ਨੇ ਗੁਰੂ ਪਿਆਰਿਓ? ਜਿਹੜੇ ਅਸੀਂ ਸੁਣ ਰਹੇ ਹਾਂ। ਇਹ ਸੁਣਨ ਵਾਲਿਆਂ ਨੂੰ ਬਾਣੀ ਸੰਬੋਧਨ ਕਰਦੀ ਹੈ ਗੁਰੂ ਪਿਆਰਿਓ, ਜਾਂ ਪੜ੍ਹਨ ਵਾਲਿਆਂ ਨੂੰ ਕਰਦੀ ਹੈ ਬਾਣੀ ਸੰਬੋਧਨ? ਚਾਹੇ ਅਸੀਂ ਸਨਮੁਖ ਬੈਠ ਕੇ ਸੁਣ ਰਹੇ ਹਾਂ, ਚਾਹੇ ਟੀਵੀ ਮਾਧਿਅਮ ਦੇ ਰਾਹੀਂ ਸੁਣ ਰਹੇ ਹਾਂ, ਜਿਹੜੇ ਅਸੀਂ ਆਪਣੇ ਕੰਨਾਂ ਦੇ ਰਾਹੀਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਲਫ਼ਜ਼ ਸੁਣ ਰਹੇ ਹਾਂ, ਇਹ ਮਹਾਰਾਜ ਦੇ ਲਫ਼ਜ਼ ਉਹਨੂੰ ਸੰਬੋਧਨ ਹੋ ਰਹੇ ਨੇ ਕਿ ਐ ਸਿੱਖੋ, ਐ ਪੁੱਤਰੋ, ਤੁਸੀਂ ਵਾਹਿਗੁਰੂ ਦੀ ਸਿਫਤ ਸਲਾਹ ਸੁਣਿਆ ਕਰੋ। ਜਦੋਂ ਤੁਸੀਂ ਵਾਹਿਗੁਰੂ ਦੀ ਸਿਫਤ ਸਲਾਹ ਸੁਣੋਗੇ, ਤੁਹਾਡਾ ਸਹਸਾ ਖਤਮ ਹੋ ਜਾਏਗਾ, ਤੁਹਾਡਾ ਦੁੱਖ ਖਤਮ ਹੋ ਜਾਏਗਾ, ਤੁਹਾਡੀ ਭੂਖ ਖਤਮ ਹੋ ਜਾਏਗੀ। ਦੋ ਸ਼ਬਦ ਹੋਰ ਵੀ ਹੈ ਗੁਰੂ ਪਿਆਰਿਓ ਸਹਸਾ ਦੇ ਨਾਲ, ਇੱਕ ਹੈ ਦੁੱਖ, ਇੱਕ ਹੈ ਭੂਖ। ਦੁੱਖ ਵੀ ਕਈ ਤਰ੍ਹਾਂ ਦੇ ਆ, ਭੁੱਖਾਂ ਵੀ ਕਈ ਤਰ੍ਹਾਂ ਦੀਆਂ ਗੁਰੂ ਪਿਆਰਿਓ। ਕਿਸੇ ਨੂੰ ਪੈਸੇ ਦੀ ਭੁੱਖ ਹੁੰਦੀ ਹੈ, ਕਿਸੇ ਨੂੰ ਰੋਟੀ ਦੀ ਭੁੱਖ ਹੁੰਦੀ ਹੈ, ਕਿਸੇ ਨੂੰ ਵਡਿਆਈ ਦੀ ਭੁੱਖ ਹੁੰਦੀ ਹੈ, ਕਿਸੇ ਨੂੰ ਹਉਮੈ ਦੀ ਭੁੱਖ ਹੁੰਦੀ ਹੈ, ਕਿਸੇ ਨੂੰ ਹੰਕਾਰ ਦੀ ਭੁੱਖ ਹੁੰਦੀ ਹੈ। ਤੇ ਭੁੱਖ ਕਦੋਂ ਦੂਰ ਹੁੰਦੀ ਹੈ? ਹਉਮੈ ਦੀ ਭੁੱਖ ਜਿਹਨੂੰ ਹੈ, ਉਹਦੀ ਭੁੱਖ ਕਦੋਂ ਦੂਰ ਹੁੰਦੀ ਹੈ? ਜਦੋਂ ਉਹਦੀ ਹਉਮੈ ਦੀ ਤ੍ਰਿਪਤੀ ਹੁੰਦੀ ਹੈ। ਕਿਸੇ ਨੂੰ ਪੈਸੇ ਦੀ ਭੁੱਖ ਹੈ, ਕਦੋਂ ਦੂਰ ਹੁੰਦੀ ਹੈ? ਜਦੋਂ ਪੈਸਾ ਮਿਲਦਾ। ਵੈਸੇ ਗੁਰੂ ਪਿਆਰਿਓ, ਜਿਹਨੂੰ ਦੁਨਿਆਵੀ ਪਦਾਰਥਾਂ ਦੀਆਂ ਭੁੱਖਾਂ ਨੇ ਨਾ, ਚਾਹੇ ਉਹ ਪੈਸੇ ਦੀ ਹੈ, ਰੋਟੀ ਦੀ ਹੈ, ਪਾਣੀ ਦੀ ਹੈ, ਸ਼ੌਹਰਤ ਦੀ ਹੈ, ਵਡਿਆਈ ਦੀ ਹੈ, ਇਹ ਕਦੇ ਦੂਰ ਨਹੀਂ ਹੁੰਦੀ, ਕਦੇ ਨਹੀਂ ਮੁੱਕਦੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਸਮਝਾਉਂਦੇ ਆ, ਕਹਿੰਦੇ ਬਿਨਾ ਸੰਤੋਖ ਨਹੀਂ ਕੋਈ ਰਾਜੈ। ਬਿਨਾ ਸੰਤੋਖ ਤੋਂ ਕੋਈ ਰੱਜ ਹੀ ਨਹੀਂ ਸਕਦਾ। ਪਰ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਜਿਹੜੇ ਦੁੱਖ ਭੂਖ ਹੈ ਨਾ, ਇਹ ਸਾਰੀਆਂ ਲੈ ਜਾਂਦੀਆਂ, ਇਹ ਸਾਰੀਆਂ ਲੈ ਜਾਂਦੀਆਂ। ਆਪਾਂ ਕਿਹਾ ਨਾ ਕਿ ਇਹ ਦੁੱਖਾਂ ਦੁਨਿਆਵੀ ਪਦਾਰਥਾਂ ਦੀਆਂ, ਭੁੱਖਾਂ ਦੁਨਿਆਵੀ ਪਦਾਰਥਾਂ ਦੀਆਂ ਕਦੇ ਦੂਰ ਨਹੀਂ ਹੁੰਦੀਆਂ, ਕਦੇ ਦੂਰ ਨਹੀਂ ਹੁੰਦੀਆਂ। ਮਤਲਬ ਗੁਰੂ ਪਿਆਰੀ ਇਹ ਨਹੀਂ ਕਿ ਕਿਸੇ ਵੀ ਤਰੀਕੇ ਨਾਲ ਦੂਰ ਨਹੀਂ ਹੁੰਦੀਆਂ, ਦੂਰ ਹੁੰਦੀਆਂ ਨੇ, ਪਰ ਇਹਨਾਂ ਨੂੰ ਦੂਰ ਕਰਨ ਦਾ ਇੱਕੋ ਹੀ ਉਪਾਅ ਹੈ, ਉਹ ਹੈ ਕਰਤਾਰ ਦੀ ਬੰਦਗੀ, ਕਰਤਾਰ ਦਾ ਨਾਮ ਭਗਤੀ, ਸੇਵਾ ਸਿਮਰਨ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਥਾ ਸੁਣੋ। ਕਥਾ ਸੁਣਨ ਦੇ ਨਾਲ ਵੀ ਭੁੱਖ ਦੂਰ ਹੋ ਜਾਂਦੀ। ਕਿਹਦੀ ਕਥਾ ਸੁਣੋ? ਉਹ ਬੰਦਿਆਂ ਦੀਆਂ ਕਹਾਣੀਆਂ ਨਹੀਂ ਸੁਣਨੀਆਂ। ਅਸੀਂ ਬੰਦਿਆਂ ਦੀਆਂ ਕਹਾਣੀਆਂ ਨੂੰ ਵੀ ਗੁਰੂ ਪਿਆਰੀ ਉਹ ਕਥਾ ਸਮਝ ਕੇ ਸੁਣ ਰਹੇ। ਦੁਨਿਆਵੀ ਬੰਦੇ, ਹਾਂ, ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਜਿਨ੍ਹਾਂ ਨੇ ਭਗਤੀ ਕੀਤੀ ਹੈ, ਜਿਨ੍ਹਾਂ ਨੇ ਸੇਵਾ ਕੀਤੀ ਹੈ, ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਔਰ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਉਹਨਾਂ ਦੀ ਕਥਾ ਵੀ ਗੁਰੂ ਪਿਆਰੀ ਉਹ ਤਾਕਤ ਦਿੰਦੀ ਹੈ, ਭੁੱਖ ਦੂਰ ਕਰਦੀ ਹੈ। ਪਰ ਆਮ ਸੰਸਾਰੀ ਮਨੁੱਖਾਂ ਦੀਆਂ ਕਹਾਣੀਆਂ, ਸੰਸਾਰੀ ਮਨੁੱਖਾਂ ਦੀ ਉਸਤਤ, ਸੰਸਾਰੀ ਮਨੁੱਖਾਂ ਦੀ ਨਿੰਦਿਆ, ਇਹ ਗੁਰੂ ਪਿਆਰੀ ਉਹ ਕਥਾ ਨਹੀਂ ਹੈ। ਅੱਜ ਅਸੀਂ ਦੇਖਦੇ ਹਾਂ ਨਾ ਗੁਰੂ ਪਿਆਰੀ ਉਹ ਕਥਾ ਦੇ ਦੌਰਾਨ ਦੁਨਿਆਵੀ ਮਨੁੱਖਾਂ ਦੀ ਨਿੰਦਿਆ ਤੇ ਦੁਨਿਆਵੀ ਮਨੁੱਖਾਂ ਦੀ ਉਸਤਤ। ਜੇ 1 ਘੰਟੇ ਦਾ ਸਮਾਂ ਨਾ ਗੁਰੂ ਪਿਆਰੀ ਉਹ ਪਰਮੇਸ਼ਵਰ ਦੀ ਗੱਲ, ਗੁਰੂ ਦੀ ਗੱਲ ਕੋਈ 5 ਮਿੰਟ ਹੈ, 55 ਮਿੰਟ ਜਿਹੜੇ ਆ ਉਹ ਸੰਸਾਰ ਦੀਆਂ ਗੱਲਾਂ, ਦੁਨੀਆ ਦੀਆਂ ਗੱਲਾਂ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਕਿਹੜੀ ਕਥਾ ਹੈ ਜਿਹੜੀ ਦੁੱਖ ਭੁੱਖ ਸਹਸੇ ਨੂੰ ਦੂਰ ਕਰਦੀ ਹੈ? ਕਿਹੜੀ ਕਥਾ ਹੈ ਜਿਹੜੀ ਵਾਹਿਗੁਰੂ ਦੇ ਸਿਫਤ ਸਲਾਹ ਦੀ ਕਥਾ, ਪਰਮਾਤਮਾ ਦੀ ਸਿਫਤ ਸਲਾਹ ਦੀ ਕਥਾ ਜਿਹੜੀ ਹੈ ਨਾ, ਉਹ ਗੁਰੂ ਪਿਆਰੀ ਉਹ ਦੁੱਖਾਂ ਤੇ ਭੁੱਖਾਂ ਦਾ ਨਾਸ਼ ਕਰਦੀ ਹੈ। ਇੱਕ ਵਾਰੀ ਫਿਰ ਧਿਆਨ ਦੇ ਨਾਲ ਸੁਣਿਓ ਪੰਗਤੀ, ਧੰਨ ਗੁਰੂ ਰਾਮਦਾਸ ਮਹਾਰਾਜ ਕੀ ਕਹਿ ਰਹੇ ਨੇ। ਕਹਿੰਦੇ ਹਰ ਕੀ ਅਕਥ ਕਥਾ ਸੁਨਹੁ ਜਨ ਭਾਈ। ਹਰ ਕੀ ਅਕਥ ਕਥਾ ਸੁਨਹੁ ਜਨ ਭਾਈ, ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ। ਜਿਹਦੇ ਨਾਲ ਡਰ ਭੁੱਖ ਦੁੱਖ ਸਾਰਾ ਲੈ ਜਾਂਦਾ ਹੈ, ਤੁਸੀਂ ਉਹ ਕਥਾ ਸੁਣਨੀ ਹੈ। ਇਹ ਇੱਕੋ ਹੀ ਰਹਾਉ ਦੀ ਪੰਕਤੀ ਹੈ ਜਿਸ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਇਹ ਸਮਝਾਇਆ। ਹੁਣ ਸਮੁੱਚੇ ਸ਼ਬਦ ਵਿੱਚ ਕੀ ਸਮਝਾਉਂਦੇ ਹੈ ਗੁਰੂ ਪਿਆਰਿਓ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸੂਹੀ ਮਹੱਲਾ ਚੌਥਾ। ਘਰ ਛੇਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ। ਗੁਰੂ ਪਿਆਰਿਓ, ਆਰੰਭਤਾ ਦੇ ਵਿੱਚ ਸਰਲੇਖ ਹੈ ਸੂਹੀ। ਸੂਹੀ ਰਾਗ ਦਾ ਨਾਂ ਹੈ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ। ਘਰ ਛੇਵਾਂ, ਛੇਵੇਂ ਘਰ ਦੇ ਵਿੱਚ ਪਾਤਸ਼ਾਹ ਜੀ ਨੇ ਇਸ ਸ਼ਬਦ ਨੂੰ ਗਾਉਣ ਦਾ ਆਦੇਸ਼ ਦਿੱਤਾ ਹੈ, ਨਿਰਦੇਸ਼ ਦਿੱਤਾ ਹੈ ਸਤਿਗੁਰਾਂ ਨੇ ਰਬਾਬੀਆਂ ਨੂੰ, ਰਾਗੀਆਂ ਨੂੰ, ਕਿ ਇਹ ਜਿਹੜਾ ਸ਼ਬਦ ਹੈ ਇਹਨੂੰ ਸੂਹੀ ਰਾਗ ਦੇ ਛੇਵੇਂ ਘਰ ਚ ਗਾਉਣਾ। ਇਹ ਸੰਗੀਤ ਨਾਲ ਸੰਬੰਧਿਤ ਗੁਰੂ ਪਿਆਰਿਓ ਜਿਹੜਾ ਸਰਲੇਖ ਹੈ। ਆਰੰਭਤਾ ਦੇ ਵਿੱਚ ਮੰਗਲਾਚਰਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ ਇੱਕ ਰਸ ਵਿਆਪਕ ਹੈ, ਅਬਨਾਸੀ ਹੈ, ਗੁਰੂ ਕਿਰਪਾ ਦੇ ਦੁਆਰਾ ਜਾਣਿਆ ਜਾ ਸਕਦਾ ਹੈ। ਪਹਿਲੀ ਪੰਕਤੀ 'ਚ ਕੀ ਕਹਿੰਦੇ ਨੇ? ਧੰਨ ਗੁਰੂ ਰਾਮਦਾਸ ਮਹਾਰਾਜ। ਧਿਆਨ ਦਿਓ ਗੁਰੂ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਆ, ਕਹਿੰਦੇ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ। ਉੱਤਮ ਪਦਵੀ ਪਾਏ। ਨੀਚ ਜਾਤ, ਨੀਵੀਂ ਜਾਤ ਦੇ ਜਦੋਂ ਅਕਾਲ ਪੁਰਖ ਦੀ ਬੰਦਗੀ ਕੀਤੀ ਤਾਂ ਉਹ ਉੱਤਮ ਪਦਵੀ ਪ੍ਰਾਪਤ ਕਰ ਗਏ। ਹੁਣ ਨੀਵੀਂ ਜਾਤ ਦੇ ਕੌਣ ਹੈ ਗੁਰੂ ਪਿਆਰਿਓ? ਧੰਨ ਗੁਰੂ ਰਾਮਦਾਸ ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚ, ਧੰਨ ਗੁਰੂ ਰਾਮਦਾਸ ਮਹਾਰਾਜ ਦੀ ਨਜ਼ਰ ਦੇ ਵਿੱਚ ਨੀਵੀਂ ਜਾਤ ਦੇ ਕੋਈ ਨਹੀਂ ਹੈ ਗੁਰੂ ਪਿਆਰਿਓ। ਇਹ ਗੱਲ ਚੇਤੇ ਰੱਖਣੀ ਹੈ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਦ੍ਰਿਸ਼ਟੀ ਦੇ ਵਿੱਚ, ਧੰਨ ਗੁਰੂ ਰਾਮਦਾਸ ਮਹਾਰਾਜ ਦੀ ਨਜ਼ਰ ਦੇ ਵਿੱਚ ਕੋਈ ਨੀਵੀਂ ਜਾਤ ਦਾ ਨਹੀਂ ਹੈ। ਪਰ ਇੱਥੇ ਤਾਂ ਮਹਾਰਾਜ ਨੇ ਕਿਹਾ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ। ਇਹ ਸੰਬੋਧਨ ਸਾਨੂੰ ਕਹਿ ਰਹੇ ਨੇ ਕਿ ਸੰਸਾਰ ਜਿਨ੍ਹਾਂ ਨੂੰ ਨੀਵੀਂ ਜਾਤ ਦਾ ਸਮਝਦਾ ਸੀ, ਸੰਸਾਰ ਸਮਝਦਾ ਗੁਰੂ ਪਿਆਰਿਓ ਕਿ ਨੀਵੀਂ ਜਾਤ ਹੁੰਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਨਹੀਂ ਕਹਿ ਰਹੇ ਕੋਈ ਨੀਵੀਂ ਜਾਤ ਦਾ ਹੁੰਦਾ। ਜਗਤ ਮੰਨਦਾ ਹੈ, ਖਾਸ ਤੌਰ ਦੇ ਉੱਤੇ ਜਿਹੜੇ ਉੱਚ ਜਾਤੀ ਸਮਾਜ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ ਨਾ, ਕਥਿਤ ਉੱਚ ਜਾਤੀ ਸਮਾਜ ਦੇ, ਅਸੀਂ ਬ੍ਰਾਹਮਣ ਹੈ, ਅਸੀਂ ਖੱਤਰੀ ਹੈ, ਅਸੀਂ ਵੈਸ਼ ਹੈ, ਉਹ ਕਹਿੰਦੇ ਆ ਕਿ ਨੀਵੀਂ ਜਾਤ ਵੀ ਹੁੰਦੀ, ਨੀਵੀਂ ਜਾਤ ਹੁੰਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਨਜ਼ਰ 'ਚ ਕੋਈ ਨੀਵੀਂ ਜਾਤ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਨਜ਼ਰ ਦੇ ਵਿੱਚ ਕੋਈ ਨੀਵੀਂ ਜਾਤ ਨਹੀਂ। ਗੁਰੂ ਸਾਹਿਬਾਨ ਨੇ ਜਾਤ ਪਾਤ ਨੂੰ ਗੁਰੂ ਪਿਆਰਿਓ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੈ, ਕੋਈ ਨਹੀਂ ਮੰਨਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਂ ਇਹ ਸਮਝਾਇਆ ਕਿ ਭਾਈ ਅਸੀਂ ਇੱਕ ਅਕਾਲ ਪੁਰਖ ਦੇ ਪੈਦਾ ਕੀਤੇ ਧੀਆਂ ਪੁੱਤਰ ਹਾਂ। ਜਦੋਂ ਸਾਡਾ ਪਿਤਾ ਇੱਕ ਹੈ ਤੇ ਫਿਰ ਅਸੀਂ ਉਹਦੇ ਪੁੱਤਰ ਉੱਚੀ ਜਾਤ ਦੇ ਜਾਂ ਨੀਵੀਂ ਜਾਤ ਦੇ ਕਿਵੇਂ ਹੋ ਗਏ? ਏਕ ਪਿਤਾ ਏਕਸ ਕੇ ਹਮ ਬਾਰਿਕ। ਅਸੀਂ ਵਾਹਿਗੁਰੂ ਦੇ ਬੱਚੇ ਹਾਂ, ਫਿਰ ਸਾਡੀ ਜਾਤ ਉਹ ਹੋਣੀ ਚਾਹੀਦੀ ਹੈ ਜਿਹੜੀ ਵਾਹਿਗੁਰੂ ਦੀ ਹੈ। ਤੇ ਵਾਹਿਗੁਰੂ ਦੀ ਕਿਹੜੀ ਜਾਤ ਹੈ? ਇਹ ਅਸੀਂ ਗੁਰੂ ਪਿਆਰਿਓ ਪੜ੍ਹਦੇ ਹਾਂ ਜਾਪ ਸਾਹਿਬ ਦੇ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚੱਕਰ ਚਿਹਨ ਅਰ ਬਰਨ ਜਾਤ ਔਰ ਪਾਤ ਨਾਹਨ ਜੇ। ਭਾਈ ਉਸ ਅਕਾਲ ਪੁਰਖ ਦੀ ਕੋਈ ਜਾਤ ਹੀ ਨਹੀਂ ਹੈ, ਉਸ ਵਾਹਿਗੁਰੂ ਦੀ ਕੋਈ ਜਾਤ ਹੀ ਨਹੀਂ ਹੈ। ਤੇ ਜਦੋਂ ਉਸ ਵਾਹਿਗੁਰੂ ਦੀ ਕੋਈ ਜਾਤ ਨਹੀਂ ਜਿਹਦੇ ਅਸੀਂ ਪੁੱਤਰ ਹੈ, ਤੇ ਫਿਰ ਸਾਡੀ ਜਾਤ ਕਿਵੇਂ ਹੋ ਗਈ? ਸਾਡੀ ਜਾਤ ਕਿਵੇਂ ਹੋ ਗਈ ਗੁਰੂ ਪਿਆਰਿਓ? ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਸਮਝਾ ਰਹੇ ਨੇ। ਉਹ ਪੁਰਖੋ ਸੁਣੋ, ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਨੀਵੀਂ ਜਾਤ ਦੇ ਹੈ। ਅੱਗੇ ਉਦਾਹਰਣਾਂ ਵੀ ਦਿੱਤੀਆਂ ਨੇ ਪਾਤਸ਼ਾਹ ਨੇ। ਕਹਿੰਦੇ ਜਦੋਂ ਉਹਨਾਂ ਕਥਿਤ ਦਾ ਮਤਲਬ ਹੁੰਦਾ ਹੈ ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਦੇ ਕਹਿੰਦੇ ਸੀ, ਜਦੋਂ ਉਹਨਾਂ ਨੇ ਅਕਾਲ ਪੁਰਖ ਨੂੰ ਜਪਿਆ ਤੇ ਉਹਨਾਂ ਨੇ ਉੱਤਮ ਪਦਵੀ ਪ੍ਰਾਪਤ ਕੀਤੀ ਹੈ, ਉੱਤਮ ਪਦਵੀ ਪ੍ਰਾਪਤ ਕੀਤੀ ਹੈ। ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸਮਝਾ ਇਹ ਰਹੇ ਨੇ ਕਿ ਪੁਰਖੋ, ਇਹ ਪਰਮਾਤਮਾ ਦੀ ਬੰਦਗੀ ਦੇ ਉੱਤੇ
ਕਿਸੇ ਇੱਕ ਵਿਸ਼ੇਸ਼ ਵਰਗ ਦਾ ਅਧਿਕਾਰ ਨਹੀਂ ਹੈ, ਕਿਸੇ ਇੱਕ ਵਿਸ਼ੇਸ਼ ਵਰਗ ਦਾ ਅਧਿਕਾਰ ਨਹੀਂ ਹੈ। ਜਿਵੇਂ ਗੁਰੂ ਪਿਆਰਿਓ ਅਨਮਤਾਂ ਦੇ ਵਿੱਚ ਹੈ, ਬ੍ਰਾਹਮਣ ਵੇਦ ਪੜ੍ਹ ਸਕਦਾ ਹੈ, ਸ਼ੂਦਰ ਵੇਦ ਨਹੀਂ ਪੜ੍ਹ ਸਕਦਾ, ਵੇਦ ਸੁਣ ਨਹੀਂ ਸਕਦਾ ਹੈ। ਪਰ ਗੁਰਮਤਿ ਦੇ ਵਿੱਚ ਗੁਰੂ ਪਿਆਰਿਓ ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਦੀ ਬੰਦਗੀ ਦੇ ਉੱਤੇ ਕਿਸੇ ਦਾ ਏਕਾ ਅਧਿਕਾਰ ਨਹੀਂ ਹੈ। ਵਾਹਿਗੁਰੂ ਦੀ ਬੰਦਗੀ ਕੋਈ ਵੀ ਕਰ ਸਕਦਾ ਹੈ। ਜਿਹੜਾ ਵੀ ਵਾਹਿਗੁਰੂ ਦੀ ਬੰਦਗੀ ਕਰੂਗਾ, ਭਗਤੀ ਕਰੂਗਾ, ਉਹਨੇ ਉੱਚੀ ਪਦਵੀ ਨੂੰ ਪ੍ਰਾਪਤ ਕਰਨਾ ਹੀ ਕਰਨਾ ਹੈ। ਉੱਤਮ ਪਦਵੀ, ਹੁਣ ਉੱਤਮ ਪਦਵੀ ਕਿਹੜੀ ਹੈ ਗੁਰੂ ਪਿਆਰਿਓ? ਉੱਤਮ ਪਦਵੀ ਕਿਹੜੀ ਹੈ? ਉੱਤਮ ਪਦਵੀ ਹੈ ਗੁਰੂ ਪਿਆਰਿਓ ਉਹ ਅਵਸਥਾ ਜਿੱਥੇ ਨਾ ਦੁੱਖ ਨਾ ਸੁੱਖ ਨਾ ਖੁਸ਼ੀ ਨਾ ਗਮੀ ਨਾ ਹਰਖ ਨਾ ਸੋਗ ਨਾ ਮਾਨ ਨਾ ਅਪਮਾਨ ਕੁਝ ਵੀ ਨਹੀਂ ਪਾਉਂਦਾ, ਜਿਹਦਾ ਉਲੇਖ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਬਾਣੀ 'ਚ ਕੀਤਾ। ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਤੇ ਆਖਰ ਦੇ ਵਿੱਚ ਕਹਿੰਦੇ ਐਸਾ ਮਨੁੱਖ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਐਸਾ ਮਨੁੱਖ ਪਰਮਾਤਮਾ 'ਚ ਇਉਂ ਲੀਨ ਹੁੰਦਾ ਜਿਵੇਂ ਪਾਣੀ ਪਾਣੀ 'ਚ ਲੀਨ ਹੁੰਦਾ। ਜਿਹੜਾ ਪਰਮਾਤਮਾ 'ਚ ਲੀਨ ਹੁੰਦਾ, ਵਾਹਿਗੁਰੂ 'ਚ ਲੀਨ ਹੁੰਦਾ ਨਾ ਗੁਰੂ ਪਿਆਰਿਓ, ਉਹ ਉੱਤਮ ਪਦਵੀ ਦਾ ਧਾਰਨੀ ਹੁੰਦਾ ਹੈ। ਉੱਤਮ ਪਦਵੀ ਦਾ ਧਾਰਨੀ, ਜਿਨ੍ਹਾਂ ਨੂੰ ਉੱਚੀ ਜਾਤੀ ਦਾ ਸਮਾਜ ਜਿਹੜਾ ਆਪਣੇ ਆਪ ਨੂੰ ਸਮਝਦਾ ਸੀ ਉਹ ਨੀਚ ਜਾਤ ਦੇ ਕਹਿੰਦਾ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਉਹ ਉੱਤਮ ਪਦਵੀ ਨੂੰ ਪ੍ਰਾਪਤ ਕਰ ਗਏ, ਉਹ ਬ੍ਰਹਮ ਗਿਆਨ ਦੀ ਅਵਸਥਾ ਦੇ ਧਾਰਨੀ ਹੋ ਗਏ। ਇਹ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ। ਅੱਗੇ ਦੱਸਦੇ ਨੇ ਪੂਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਕਹਿੰਦੇ ਪੁੱਛੋ, ਜੇ ਨਹੀਂ ਯਕੀਨ ਆਉਂਦਾ ਤੇ ਪੁੱਛ ਲਓ। ਕਿਹਨੂੰ ਪੁੱਛ ਲਓ? ਪੁਰਾਤਨ ਗ੍ਰੰਥਾਂ ਨੂੰ, ਪੁਰਾਤਨ ਗ੍ਰੰਥਾਂ ਨੂੰ ਪੁੱਛ ਲਓ। ਮਹਾਭਾਰਤ ਪੜ੍ਹ ਲਓ, ਰਾਮਾਇਣ ਪੜ੍ਹ ਲਓ। ਕੀ ਹੈ ਉਹਦੇ ਵਿੱਚ? ਉਹਦੇ ਵਿੱਚ ਹੈ ਕੀ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪੁੱਛੋ ਬਿਦਰ ਦਾਸੀ ਸੁਤੈ। ਬਿਦਰ ਦਾਸੀ ਸੁਤੈ, ਜਿਹੜਾ ਦਾਸੀ ਦਾ ਪੁੱਤਰ ਹੈ, ਜਿਹਨੂੰ ਸ਼ੂਦਰ ਕਿਹਾ ਗਿਆ ਮਹਾਭਾਰਤ ਦੇ ਅੰਦਰ। ਰਾਜਾ ਬਚਿੱਤਰ ਵੀਰਿਆ ਦੀ ਦਾਸੀ ਸੀ ਸੁਦੇਸ਼ਨਾ। ਉਹਦੀ ਕੁੱਖ ਤੋਂ ਰਿਸ਼ੀ ਵਿਆਸ ਜੀ ਦਾ ਜਨਮਿਆ ਪੁੱਤਰ ਬਿਦਰ, ਜਿਹੜਾ ਬੜਾ ਨੀਤੀਵਾਨ ਸੀ, ਬੜਾ ਸਿਆਣਾ ਸੀ, ਬੜਾ ਸਮਝਦਾਰ ਸੀ। ਲੇਕਿਨ ਉਹਨੂੰ ਕੀ ਕਿਹਾ? ਉਹਨੂੰ ਸੂਦ ਪੁੱਤਰ ਕਿਹਾ, ਸੂਦ ਪੁੱਤਰ। ਦੇਖੋ ਗੁਰੂ ਪਿਆਰਿਓ, ਕਿਹਨੇ ਕਿਹਾ? ਸਮਕਾਲੀ ਸਮਾਜ ਨੇ। ਕੌਣ ਦੱਸਦਾ? ਮਹਾਭਾਰਤ ਦੱਸਦਾ। ਅਸੀਂ ਥੋੜੀ ਕਹਿੰਦੇ ਆ, ਮਹਾਭਾਰਤ ਕਹਿੰਦਾ। ਮਹਾਭਾਰਤ ਦੇ ਵਿੱਚ ਲਿਖਿਆ, ਤੇ ਮਹਾਭਾਰਤ ਦੇ ਵਿੱਚ ਇਹ ਵੀ ਲਿਖਿਆ ਜਿਹਦਾ ਉਲੇਖ ਧੰਨ ਗੁਰੂ ਰਾਮਦਾਸ ਮਹਾਰਾਜ ਕਰ ਰਹੇ ਨੇ। ਕਹਿੰਦੇ ਜਦੋਂ ਸ੍ਰੀ ਕ੍ਰਿਸ਼ਨ ਜੀ ਦੂਤ ਬਣ ਕੇ ਗਏ ਪਾਂਡਵਾਂ ਦੇ, ਜਦੋਂ ਸ੍ਰੀ ਕ੍ਰਿਸ਼ਨ ਜੀ ਦੂਤ ਬਣ ਕੇ ਗਏ ਪਾਂਡਵਾਂ ਦੇ, ਕੌਰਵਾਂ ਨੂੰ ਕਹਿਣ ਵਾਸਤੇ ਕਿ ਉਹਨਾਂ ਨੂੰ 5 ਪਿੰਡ ਦੇ ਦਿਓ, ਰਜ਼ਾਬੰਦੀ ਹੋ ਜਾਏਗੀ, ਸਮਝੌਤਾ ਹੋ ਜਾਏਗਾ। ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦੇਣੀ। ਖਾਸ ਤੌਰ ਤੇ ਦੁਰਯੋਧਨ ਨੇ ਕਿਹਾ। ਤੇ ਜਦੋਂ ਰਾਤਰੀ ਵਿਸ਼ਰਾਮ ਦਾ ਸਮਾਂ ਆਇਆ ਤੇ ਰਾਜੇ ਦੁਰਯੋਧਨ ਦੇ ਮਹਿਲ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤੇ ਸੀ, 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਸੀ। ਲੇਕਿਨ ਕਹਿੰਦੇ ਸ੍ਰੀ ਕ੍ਰਿਸ਼ਨ ਜੀ ਨੇ ਦੁਰਯੋਧਨ ਦੇ ਘਰ ਰਹਿਣਾ ਜਿਹੜਾ ਸੀ ਉਹ ਮਨਾ ਕਰ ਦਿੱਤਾ ਵੀ ਨਹੀਂ ਭਾਈ, ਅਸੀਂ ਤੇਰੇ ਮਹਿਲ 'ਚ ਨਹੀਂ ਰਹਿਣਾ, ਤੇਰੇ 36 ਪ੍ਰਕਾਰ ਦੇ ਭੋਜਨ ਨਹੀਂ ਛਕਣੇ। ਕਿੱਥੇ ਰਹੇ ਜਾ ਕੇ? ਉਹ ਬਿਦਰ ਦੇ ਘਰ ਦੇ ਵਿੱਚ ਰਹੇ। ਮਾਣ ਕਿਹਨੂੰ ਦਿੱਤਾ? ਬਿਦਰ ਨੂੰ ਮਾਣ ਦਿੱਤਾ। ਕਿਸ ਬਿਦਰ ਨੂੰ ਮਾਣ ਦਿੱਤਾ? ਜਿਹਨੂੰ ਗੁਰੂ ਪਿਆਰਿਓ ਉਸ ਵੇਲੇ ਦਾ ਉੱਚ ਜਾਤੀ ਸਮਾਜ ਦਾਸੀ ਦਾ ਪੁੱਤਰ ਕਹਿੰਦਾ ਸੀ। ਕਿਉਂ ਦਿੱਤਾ ਸਨਮਾਨ? ਕਿਉਂਕਿ ਉਹਦੇ ਅੰਦਰ ਪ੍ਰੇਮ ਸੀ, ਉਹਦੇ ਅੰਦਰ ਸਿਆਣਪ ਸੀ, ਉਹਦੇ ਅੰਦਰ ਸ਼੍ਰਿਸ਼ਟਾਚਾਰ ਸੀ, ਉਹਦੇ ਅੰਦਰ ਸੰਸਕਾਰ ਸੀ, ਉਹਦੇ ਅੰਦਰ ਪ੍ਰਭੂ ਦੀ ਭਗਤੀ ਸੀ, ਪ੍ਰਮਾਤਮਾ ਦਾ ਪਿਆਰ ਸੀ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਉਦਾਹਰਣ ਦਿੰਦੇ ਨੇ, ਕਹਿੰਦੇ ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਕਈਆਂ ਨੂੰ ਗੁਰੂ ਪਿਆਰਿਓ ਸਾਡੇ ਐਸੇ ਵੀਰ ਨੇ ਨਾ ਜਿਨ੍ਹਾਂ ਨੂੰ ਕਈ ਲਫ਼ਜ਼ਾਂ ਤੋਂ ਫੋਬੀਆ ਹੋ ਗਿਆ। ਕਈ ਐਸੇ ਪੁਰਾਤਨ ਧਾਰਮਿਕ ਗ੍ਰੰਥਾਂ ਦੇ, ਹਿੰਦੂ ਧਰਮ ਗ੍ਰੰਥਾਂ ਦੇ ਵਿੱਚ ਨਾਂ ਆਉਂਦੇ ਨੇ ਜਿਨ੍ਹਾਂ ਤੋਂ ਫੋਬੀਆ ਹੋ ਗਿਆ। ਹੁਣ ਇਹ ਪੰਕਤੀ ਨੂੰ ਕਿਵੇਂ ਬਾਹਰ ਕੱਢਾਂਗੇ ਅਸੀਂ ਭਾਈ?
ਇਹਦੇ 'ਚ ਤਾਂ ਕ੍ਰਿਸ਼ਨ ਜੀ ਦਾ ਵੀ ਜ਼ਿਕਰ ਆਇਆ ਹੈ, ਇਹਦੇ 'ਚ ਤਾਂ ਬਿਦਰ ਦਾ ਵੀ ਜ਼ਿਕਰ ਆਇਆ ਹੈ। ਸਾਨੂੰ ਮਹਾਭਾਰਤ ਦੀ ਇਹ ਕਹਾਣੀ ਪੜ੍ਹਨੀ ਪਊਗੀ ਵੀ ਕਿਵੇਂ ਉਤਰਿਆ ਬਿਦਰ ਜਾ ਕੇ ਸ੍ਰੀ ਕ੍ਰਿਸ਼ਨ ਦੇ ਘਰੇ, ਉਹ ਮਾਫ ਕਰਨਾ, ਸ੍ਰੀ ਕ੍ਰਿਸ਼ਨ ਕਿਵੇਂ ਉਤਰੇ ਜਾ ਕੇ ਬਿਦਰ ਦੇ ਘਰੇ। ਕਿੱਥੋਂ ਪੜਾਂਗੇ ਅਸੀਂ? ਇਹ ਮਹਾਭਾਰਤ 'ਚੋਂ ਦੇਖਣਾ ਪਊਗਾ। ਕਹਿੰਦੇ ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਤੇ ਸਮਝਾ ਕੀ ਰਹੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ? ਸਮਝਾ ਇਹ ਰਹੇ ਨੇ ਕਿ ਸੰਸਕਾਰ ਦਾ ਮੁੱਲ ਹੈ, ਭਗਤੀ ਦਾ ਮੁੱਲ ਹੈ, ਸਿਆਣਪ ਦਾ ਮੁੱਲ ਹੈ, ਸਮਝਦਾਰੀ ਦਾ ਮੁੱਲ ਹੈ, ਪੈਸੇ ਦਾ ਮੁੱਲ ਨਹੀਂ ਹੈ। ਜੇ ਪੈਸੇ ਦਾ ਮੁੱਲ ਹੁੰਦਾ ਤੇ ਸ੍ਰੀ ਕ੍ਰਿਸ਼ਨ ਜੀ ਦੁਰਯੋਧਨ ਦੇ ਘਰੇ ਰਾਤ ਰਹਿੰਦੇ, ਕਿਉਂਕਿ ਉਹਦੇ ਕੋਲੇ ਪੈਸਾ ਬਹੁਤ ਸੀ। ਉਹਦੇ ਮਹਿਲ ਦੇ ਵਿੱਚ 36 ਪ੍ਰਕਾਰ ਦੇ ਭੋਜਨ ਸੀ। ਤੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਘਟਨਾ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਏਮਨਾਬਾਦ ਜਾਂਦੇ ਨੇ ਤੇ ਮਲਕ ਭਾਗੋ ਦੇ 36 ਪ੍ਰਕਾਰ ਦੇ ਮਾਲਪੂੜੇ ਤਿਆਗ ਕੇ ਕਿਹਦੇ ਘਰੇ ਰਹਿੰਦੇ ਨੇ? ਭਾਈ ਲਾਲੋ ਜੀ ਦੇ ਘਰੇ ਰਹਿੰਦੇ ਨੇ। ਭਾਈ ਲਾਲੋ ਜੀ ਦੇ ਘਰੇ ਰਹਿ ਕੇ ਕੀ ਖਾ ਸਕਦੇ ਨੇ? ਕੋਦਰੇ ਦੀ ਰੋਟੀ ਖਾਂਦੇ ਨੇ। ਕਿਉਂ? ਮਲਕ ਭਾਗੋ ਦੇ ਪਕਵਾਨ ਛੱਡ ਕੇ ਭਾਈ ਲਾਲੋ ਦੀ ਕੋਦਰੇ ਦੀ ਰੋਟੀ ਕਿਉਂ ਪ੍ਰਵਾਨ ਕੀਤੀ? ਕਿਉਂਕਿ ਭਾਈ ਲਾਲੋ ਦੇ ਅੰਦਰ ਬੰਦਗੀ ਸੀ, ਭਗਤੀ ਸੀ, ਸੇਵਾ ਸੀ, ਸਿਮਰਨ ਸੀ, ਨਿਮਰਤਾ ਸੀ। ਮਲਕ ਭਾਗੋ ਦੇ ਅੰਦਰ ਉਹ ਨਹੀਂ ਸੀ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਜੇ ਸ਼ਿਵਨਾਭ ਦੇ ਵੀ ਮਹਿਲ ਚ ਗਏ ਉਹਦੀ ਬੇਨਤੀ ਕਰਨ ਤੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਨਹੀਂ ਦੇਖਿਆ ਕਿ ਇਹ ਰਾਜਾ ਹੈ, ਇਹ ਗਰੀਬ ਹੈ, ਕੁੱਲੀ ਚ ਰਹਿੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀ ਦੇਖਿਆ? ਉਹਨਾਂ ਨੇ ਪ੍ਰੇਮ ਦੇਖਿਆ, ਭਗਤੀ ਦੇਖੀ ਹੈ, ਸੇਵਾ ਦੇਖੀ ਹੈ, ਸਿਮਰਨ ਦੇਖਿਆ ਔਰ ਭਾਵਨਾ ਦੇਖੀ ਹੈ। ਅੱਜ ਵੀ ਸਤਿਗੁਰੂ ਭਾਵਨਾ ਦੇਖਦੇ ਗੁਰੂ ਪਿਆਰਿਓ, ਅੱਜ ਵੀ ਸਤਿਗੁਰੂ ਭਾਵਨਾ ਦੇਖਦਾ ਹੈ। ਜੇ ਭਾਵਨਾ ਕਿਸੇ ਅਮੀਰ ਦੇ ਅੰਦਰ ਹੈ ਸਤਿਗੁਰੂ ਨੂੰ ਉਹ ਵੀ ਪ੍ਰਵਾਨ ਹੈ, ਭਾਵਨਾ ਕਿਸੇ ਗਰੀਬ ਦੇ ਅੰਦਰ ਹੈ ਸਤਿਗੁਰੂ ਨੂੰ ਉਹ ਵੀ ਪ੍ਰਵਾਨ ਹੈ। ਜੇ ਭਾਵਨਾ ਨਹੀਂ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਗੁਰੂ ਨੂੰ ਨਹੀਂ ਪ੍ਰਵਾਨ ਗੁਰੂ ਪਿਆਰਿਓ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਜਿਹਦੇ ਘਰ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਉਤਰੇ ਜਾ ਕੇ ਪੁੱਛੋ, ਕਹਿੰਦੇ ਬਿਦਰ ਨੂੰ, ਜਿਹੜੇ ਦਾਸੀ ਦੇ ਪੁੱਤਰ ਕਹੇ ਜਾਂਦੇ ਸੀ, ਸੂਦ ਪੁੱਤਰ, ਸੂਦ ਕਿਹਾ ਜਾਂਦਾ ਸੀ ਜਿਨ੍ਹਾਂ ਨੂੰ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੱਸਦੇ ਨੇ। ਅੱਗੇ ਉਹੀ ਰਹਾਉ ਦੀ ਪੰਕਤੀ ਹੈ ਜਿਹਦੇ ਚ ਜ਼ਿਕਰ ਕਰਦੇ ਨੇ, ਹਰ ਕੀ ਅਕਥ ਕਥਾ ਸੁਨਹੁ ਜਨ ਭਾਈ, ਜਿਤ ਸਹਸਾ ਦੁਖ ਭੂਖ ਸਭ ਲਹਿ ਜਾਏ। ਕਹਿੰਦੇ ਹਰ ਕੀ ਅਕਥ ਕਥਾ ਸੁਣੋ ਜਨ ਭਾਈ। ਹੈ ਭਾਈ ਜਨੋ, ਵਾਹਿਗੁਰੂ ਦੀ ਸਿਫਤ ਸਲਾਹ ਦੀ ਅਕਥ ਕਥਾ ਸੁਣੋ। ਜਿਤ ਸਹਸਾ ਦੁਖ ਭੂਖ ਸਭ ਲੈ ਜਾਏ, ਜਿਸ ਦੇ ਨਾਲ ਸਹਸਾ ਦੁੱਖ ਭੁੱਖ ਸਾਰਾ ਲੈ ਜਾਂਦਾ ਹੈ। ਰਹਾਉ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ। ਹੁਣ ਗੁਰੂ ਪਿਆਰਿਓ ਦੂਸਰੀ ਉਦਾਹਰਣ ਜਿਹੜੀ ਦਿੱਤੀ ਹੈ ਨਾ ਸਤਿਗੁਰਾਂ ਨੇ, ਇਹ ਬਾਬਾ ਰਵਿਦਾਸ ਭਗਤ ਜੀ ਦੀ ਦਿੱਤੀ। ਕਹਿੰਦੇ ਰਵਿਦਾਸ ਚਮਾਰ ਉਸਤਤ ਕਰੇ, ਜਿਸ ਨੂੰ ਸਮਕਾਲੀ ਸਮਾਜ ਚਮਾਰ ਕਹਿੰਦਾ ਸੀ, ਉਹ ਮਹਾਪੁਰਖ ਭਗਤ ਰਵਿਦਾਸ ਜੀ ਉਸਤਤ ਕਰਦੇ ਨੇ। ਕਿਹਦੀ ਉਸਤਤ ਕਰਦੇ ਨੇ? ਹਰ ਕੀਰਤ, ਹਰੀ ਦੀ ਕੀਰਤੀ। ਕਦੋਂ ਕਰਦੇ ਨੇ? ਕਹਿੰਦੇ ਨਿਮਖ ਇੱਕ ਗਾਏ, ਇੱਕ ਇੱਕ ਨਿਮਖ, ਇੱਕ ਇੱਕ ਪਲਕ ਝਪਕਣ ਜਿੰਨੇ ਸਮੇਂ ਲਈ, ਭਾਵ ਹਰ ਸਮੇਂ ਹਰ ਦਮ ਮਹਾਪੁਰਖ ਭਗਤ ਰਵਿਦਾਸ ਜੀ ਅਕਾਲ ਪੁਰਖ ਦੀ ਕੀਰਤੀ ਗਾਉਂਦੇ, ਅਕਾਲ ਪੁਰਖ ਦੀ ਕੀਰਤੀ ਕਰਦੇ। ਤੇ ਜਿਹੜੇ ਉੱਚ ਜਾਤੀ ਦੇ ਪੰਡੇ ਸੀ ਉਹ ਉਹਨਾਂ ਨੂੰ ਨੀਵਾਂ ਕਹਿੰਦੇ, ਉਹ ਉਹਨਾਂ ਨੂੰ ਚਮਾਰ ਕਹਿ ਕੇ ਭੰਡਦੇ। ਤੇ ਫਿਰ ਹੋਇਆ ਕੀ? ਫਿਰ ਹੋਇਆ ਕੀ ਗੁਰੂ ਪਿਆਰਿਓ? ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਅਗਲੀ ਪੰਕਤੀ 'ਚ ਦੱਸਦੇ ਨੇ, ਪਤਿਤ ਜਾਤ ਉਤਮ ਪਿਆ, ਚਾਰ ਵਰਨ ਪਏ ਪਗ ਆਏ। ਪਤਿਤ ਜਾਤ, ਲੋਕ ਕਹਿੰਦੇ ਸੀ ਕਿ ਇਹਨਾਂ ਦੀ ਜਾਤੀ ਪਤਿਤ ਹੈ। ਖਾਸ ਤੌਰ ਤੇ ਪੰਡੇ ਕਹਿੰਦੇ ਸੀ ਬਨਾਰਸ ਦੇ ਕਿ ਇਹਨਾਂ ਦੀ ਜਾਤੀ ਜਿਹੜੀ ਆ ਉਹ ਪਤਿਤ ਹੈ। ਕਹਿੰਦੇ ਦੇਖੋ, ਜਿਨ੍ਹਾਂ ਨੂੰ ਪੰਡਤ ਕਹਿੰਦੇ ਸੀ ਨਾ ਕਿ ਇਹਨਾਂ ਦੀ ਜਾਤੀ ਪਤਿਤ ਹੈ, ਕਹਿੰਦੇ ਉਹ ਪਤਿਤ ਜਾਤ ਦੇ ਜਿਹੜੇ ਕਹੇ ਜਾਂਦੇ ਸੀ ਉੱਤਮ ਭਇਆ, ਉਹ ਤਾਂ ਉੱਤਮ ਹੋ ਗਏ, ਉਹ ਤਾਂ ਉੱਤਮ ਹੋ ਗਏ। ਚਾਰ ਵਰਨ ਪਏ ਪਗ ਆਏ, ਤੇ ਚਾਰੇ ਵਰਨ ਉਹਨਾਂ ਦੇ ਪੈਰੀਂ ਆ ਕੇ ਪੈ ਗਏ। ਜਦੋਂ ਵਾਹਿਗੁਰੂ ਦੀ ਬੰਦਗੀ ਕਰਨ ਲੱਗ ਪਏ, ਭਗਤੀ ਕਰਨ ਲੱਗ ਪਏ,
ਤਾਂ ਚਾਰੇ ਵਰਨ ਭਾਵ ਕੀ ਹੈ, ਬ੍ਰਾਹਮਣ ਵੀ, ਖੱਤਰੀ ਵੀ, ਵੈਸ਼ ਵੀ, ਸ਼ੂਦਰ ਵੀ, ਜਿਹੜੇ ਚਾਰੇ ਵਰਨ ਕਹੇ ਜਾਂਦੇ ਸੀ ਇਹ ਉਹਨਾਂ ਦੇ ਚਰਨਾਂ 'ਚ ਆ ਗਏ। ਇੰਨੇ ਉੱਤਮ ਹੋ ਗਏ, ਇੰਨੇ ਉੱਤਮ ਹੋ ਗਏ ਕਿ ਚਾਰੇ ਵਰਨ ਉਹਨਾਂ ਦੇ ਪੈਰਾਂ 'ਚ ਆ ਕੇ ਪੈ ਗਏ। ਇਸ ਗੱਲ ਦਾ ਉਲੇਖ ਖੁਦ ਗੁਰੂ ਪਿਆਰਿਓ ਬਾਬਾ ਰਵਿਦਾਸ ਭਗਤ ਜੀ ਨੇ ਆਪਣੀ ਬਾਣੀ 'ਚ ਕੀਤਾ। ਕਿੱਥੇ ਕਰਦੇ ਨੇ? ਉਹ ਕਹਿੰਦੇ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਸਤਿਗੁਰਾਂ ਨੇ ਵੀ ਗੁਰੂ ਪਿਆਰਿਓ ਪ੍ਰਮਾਣ ਦਿੱਤਾ ਕਿ ਭਾਈ ਪੁਰਖੋ, ਜਿਹੜੇ ਮਰੇ ਹੋਏ ਪਸ਼ੂਆਂ ਦਾ ਚੰਮ ਢੋਣ ਵਾਲੇ ਭਾਈਚਾਰੇ ਦੇ ਵਿੱਚ ਪੈਦਾ ਹੋਏ, ਲੇਕਿਨ ਪਰਮਾਤਮਾ ਦੀ ਬੰਦਗੀ ਕੀਤੀ, ਭਗਤੀ ਕੀਤੀ, ਚਾਰੇ ਵਰਨ ਜਿਹੜੇ ਸੀ ਉਹਨਾਂ ਦੇ ਆ ਕੇ ਪੈਰੀ ਪੈ ਗਏ। ਚਾਰੇ ਵਰਨ ਉਹਨਾਂ ਦੇ ਪੈਰੀ ਪੈ ਗਏ। ਤੇ ਭਗਤ ਰਵਿਦਾਸ ਜੀ ਗੁਰੂ ਪਿਆਰਿਓ ਖੁਦ ਵੀ ਕਰਦੇ ਨੇ, ਕਹਿੰਦੇ ਭਾਈ ਪੁਰਖੋ, ਅਸੀਂ ਤਾਂ ਪਰਮਾਤਮਾ ਦੀ ਬੰਦਗੀ ਕੀਤੀ, ਭਗਤੀ ਕੀਤੀ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ। ਐ ਨਗਰ ਦੇ ਲੋਕੋ ਸੁਣੋ, ਸਾਡੀ ਜਾਤ ਜਿਹੜੀ ਆ ਉਹ ਚਮਾਰ ਕਹੀ ਜਾਂਦੀ ਹੈ, ਪਰ ਸਾਡੇ ਹਿਰਦੇ 'ਚ ਪਰਮਾਤਮਾ ਦਾ ਨਾਮ ਹੈ। ਸਾਡੇ ਹਿਰਦੇ 'ਚ ਪਰਮਾਤਮਾ ਦਾ ਨਾਮ ਹੈ। ਮੇਰੀ ਜਾਤੀ ਦੇ ਲੋਕ ਅਜੇ ਵੀ ਬਨਾਰਸ ਦੇ ਆਸ-ਪਾਸ ਮਰੇ ਹੋਏ ਪਸ਼ੂਆਂ ਦਾ ਚੰਮ ਢੋਂਦੇ ਆ। ਨਿਤ ਹੈ ਬਨਾਰਸੀ ਆਸ ਪਾਸਾ। ਪਰ ਕਹਿੰਦੇ ਵੱਡੇ ਵੱਡੇ ਪੰਡਤ ਅੱਜ ਕਹਿੰਦੇ ਸਾਡੇ ਆ ਕੇ ਪੈਰੀ ਪੈਂਦੇ ਆ। ਕਿਉਂ? ਕਿਉਂਕਿ ਤੇਰੀ ਸ਼ਰਨ ਦੇ ਵਿੱਚ ਅਸੀਂ ਆਪ ਆ ਕੇ ਪਏ ਹਾਂ। ਹੇ ਵਾਹਿਗੁਰੂ, ਹੇ ਕਰਤਾਰ, ਅਸੀਂ ਤੇਰੀ ਸ਼ਰਨ ਦੇ ਵਿੱਚ ਆ ਕੇ ਪਏ ਹਾਂ, ਤੇਰੀ ਓਟ ਅਸੀਂ ਪਕੜੀ ਹੈ। ਤਾਂ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਵੀ ਗੁਰੂ ਪਿਆਰਿਓ ਬਾਬਾ ਭਗਤ ਰਵਿਦਾਸ ਜੀ ਦੀ ਗੱਲ ਨੂੰ ਹੀ ਤਸਦੀਕ ਕਰ ਰਹੇ ਨੇ। ਉਹਨਾਂ ਦੀ ਗੱਲ ਨੂੰ ਵੀ ਹੀ ਤਸਦੀਕ ਕਰ ਰਹੇ ਨੇ ਕਿ ਭਾਈ ਬਿਲਕੁਲ ਸਹੀ, ਅੱਜ ਚਾਰੇ ਵਰਨ ਜਿਹੜੇ ਨੇ ਉਹਨਾਂ ਨੂੰ ਪੂਜਦੇ ਨੇ, ਜਿਨ੍ਹਾਂ ਨੂੰ ਕਿਸੇ ਸਮੇਂ ਸਮਾਜ ਜਿਹੜਾ ਹੈ ਉਹ ਨੀਵੀਂ ਜਾਤੀ ਦਾ ਕਹਿੰਦਾ ਸੀ। ਇਹ ਪਾਤਸ਼ਾਹ ਜੀ ਦੱਸਦੇ ਨੇ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛਿਪਾ ਕਹਿ ਬੁਲਾਏ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ। ਮਹਾਂਪੁਰਖ ਬਾਬਾ ਭਗਤ ਨਾਮਦੇਵ ਜੀ ਕਹਿੰਦੇ ਉਹਨਾਂ ਦੀ ਪ੍ਰੀਤ ਲੱਗ ਗਈ ਪਰਮਾਤਮਾ ਨਾਲ। ਨਾਮ ਦੇ ਪ੍ਰੀਤ ਲੱਗੀ। ਮਹਾਰਾਜ ਕਿਹਦੇ ਨਾਲ ਪ੍ਰੀਤ ਲੱਗੀ? ਕਹਿੰਦੇ ਹਰ ਸੇਤੀ। ਹਰ ਦਾ ਮਤਲਬ ਹੈ ਵਾਹਿਗੁਰੂ, ਹਰੀ। ਸੇਤੀ ਦਾ ਮਤਲਬ ਹੁੰਦਾ ਨਾਲ। ਵਾਹਿਗੁਰੂ ਦੇ ਨਾਲ ਪ੍ਰੀਤ ਲੱਗ ਗਈ। ਤੇ ਲੋਕ ਪਤਾ ਕੀ ਕਹਿੰਦੇ ਸੀ? ਕਹਿੰਦੇ ਲੋਕ ਛੀਪਾ ਕਹੈ ਬੁਲਾਏ। ਇਹ ਪੰਕਤੀ ਸਪਸ਼ਟ ਕਰਦੀ ਹੈ ਕਿ ਜਿਹੜੇ ਸ਼ਬਦ ਵਰਤੇ ਹੈ ਨਾ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਨੇ, ਨੀਚ ਜਾਤ ਜਾਂ ਪਤਤ ਜਾਤ, ਇਹ ਲੋਕ ਕਹਿੰਦੇ ਸੀ। ਇਹ ਲੋਕ ਕਹਿੰਦੇ ਸੀ ਗੁਰੂ ਪਿਆਰਿਓ ਕਿ ਨੀਵੀਂ ਜਾਤ ਹੈ, ਪਤਤ ਜਾਤ ਹੈ। ਇੱਥੇ ਸਪਸ਼ਟ ਕਰ ਰਹੇ ਨੇ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹੈ ਬੁਲਾਏ। ਲੋਕ ਛੀਪਾ ਕਹਿੰਦੇ ਸੀ, ਛਿੰਬਾ ਕਹਿੰਦੇ ਸੀ। ਤੇ ਹੋਇਆ ਕੀ ਗੁਰੂ ਪਿਆਰਿਓ? ਭਗਤ ਨਾਮਦੇਵ ਜੀ ਬਾਬਾ ਜੀ ਦੀ ਪ੍ਰੀਤ ਲੱਗੀ ਜਦੋਂ, ਤੇ ਫਿਰ ਹੋਇਆ ਕੀ? ਤਾਂ ਦੱਸਦੇ ਨੇ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦੇਉ ਲਿਆ ਮੁਖ ਲਾਏ। ਉਹ ਜਿਹੜੇ ਆਪਣੇ ਆਪ ਨੂੰ ਉੱਚੀ ਜਾਤੀ ਦੇ ਸਮਝਦੇ ਸੀ ਨਾ, ਖੱਤਰੀ ਸਮਝਦੇ ਸੀ, ਬ੍ਰਾਹਮਣ ਸਮਝਦੇ ਸੀ, ਕਹਿੰਦੇ ਵਾਹਿਗੁਰੂ ਨੇ, ਪਰਮਾਤਮਾ ਨੇ, ਕਹਿੰਦੇ ਖੱਤਰੀ ਬ੍ਰਾਹਮਣ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ, ਪਿੱਠ ਦੇ ਛੋਡੇ, ਉਹਨਾਂ ਨੂੰ ਪਿੱਠ ਦੇ ਛੱਡ ਦਿੱਤਾ, ਮੂੰਹ ਘੁਮਾ ਲਿਆ ਉਹਨਾਂ ਵਾਸੋਂ। ਤੇ ਮੂੰਹ ਕਿਹੜੇ ਪਾਸੇ ਕਰ ਲਿਆ? ਕਹਿੰਦੇ ਹਰ ਨਾਮ ਦਿਓ ਲੀਆ ਮੁਖ ਲਾਏ। ਤੇ ਭਗਤ ਨਾਮਦੇਵ ਜੀ ਮਹਾਂਪੁਰਖ ਨੂੰ ਆਪਣੇ ਨਾਲ ਲਾ ਲਿਆ, ਉਹਨਾਂ ਵੱਲੇ ਮੂੰਹ ਘੁਮਾ ਲਿਆ, ਪਿੱਠ ਕਰ ਲਈ ਉਹਨਾਂ ਵੱਲੇ। ਪਰਮਾਤਮਾ ਨੇ, ਵਾਹਿਗੁਰੂ ਨੇ, ਜਿਹੜੇ ਆਪਣੇ ਆਪ ਨੂੰ ਉੱਚੀ ਜਾਤੀ ਦਾ ਸਮਝਦੇ ਸੀ। ਅੱਜ ਵੀ ਗੁਰੂ ਪਿਆਰਿਓ ਜਿਹੜੇ ਅਕਾਲ ਪੁਰਖ ਪਰਮੇਸ਼ਵਰ ਨੂੰ ਪਾਉਣਾ ਚਾਹੁੰਦੇ ਆ ਨਾ, ਉਹ ਇਹਨਾਂ ਵਿਤਕਰੇ ਬਾਜ਼ੀਆਂ ਤੋਂ ਰਹਿਤ ਹੁੰਦੇ ਆ, ਜਿਹੜੇ ਜਾਤੀ ਹੰਕਾਰ ਦੇ ਵਿੱਚ ਭਿੱਜੇ ਆ। ਇੱਕ ਗੱਲ ਚੇਤੇ ਰੱਖਣਾ, ਧੰਨ ਗੁਰੂ ਰਾਮਦਾਸ ਮਹਾਰਾਜ ਦੀ ਇਹ ਪਾਵਨ ਪੰਕਤੀ ਗਵਾਹ ਹੈ। ਅੱਜ ਵੀ ਜਿਹੜੇ ਆਪਣੇ ਆਪ ਨੂੰ ਉੱਚ ਜਾਤੀ ਦੇ ਸਮਝਦੇ ਆ, ਕਦੇ ਪਰਮਾਤਮਾ ਉਹਨਾਂ ਵੱਲੇ ਮੁੱਖ ਨਹੀਂ ਕਰਦਾ ਗੁਰੂ ਪਿਆਰਿਓ। ਮੁੱਖ ਉਹਨਾਂ ਵੱਲ ਕਰਦਾ ਜਿਹੜੇ ਬੰਦਗੀ ਕਰਦੇ ਨੇ, ਜਿਹੜੇ ਭਗਤੀ ਕਰਦੇ ਨੇ, ਚਾਹੇ ਉਹ ਉੱਚ ਜਾਤੀ ਦੇ ਬ੍ਰਾਹਮਣ ਹੈ ਤੇ ਚਾਹੇ ਗੁਰੂ ਪਿਆਰਿਓ ਉਹ ਨੀਵੀਂ ਜਾਤੀ ਦੇ ਕਹੇ ਜਾਂਦੇ ਆ। ਜਿਹੜੇ ਬੰਦਗੀ ਕਰਦੇ ਆ, ਭਗਤੀ ਕਰਦੇ ਆ। ਦੋ ਤਿੰਨ ਉਦਾਹਰਣਾਂ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਦਿੱਤੀਆਂ ਨੇ। ਇੱਕ ਬਿਦਰ ਜੀ ਦੀ ਉਦਾਹਰਨ ਦਿੱਤੀ ਹੈ, ਇੱਕ ਮਹਾਂਪੁਰਖ ਬਾਬਾ ਰਵਿਦਾਸ ਜੀ ਦੀ ਉਦਾਹਰਨ ਦਿੱਤੀ ਹੈ, ਦੂਜੀ ਮਹਾਂਪੁਰਖ ਬਾਬਾ ਨਾਮਦੇਵ ਜੀ ਦੀ ਉਦਾਹਰਨ ਦਿੱਤੀ ਹੈ। ਕਹਿੰਦੇ ਭਾਈ ਪੁਰਖੋ,
ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। ਨਾਮਦੇਵ ਜੀ ਨੂੰ ਮੁਖ ਦੇ ਨਾਲ ਪਰਮੇਸ਼ਵਰ ਨੇ ਲਾ ਲਿਆ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜ਼ਿਕਰ ਕਰਦੇ ਨੇ। ਜਿਤਨੇ ਭਗਤ ਹਰ ਸੇਵਕਾ, ਮੁਖ 68 ਤੀਰਥ, ਤਿੰਨ ਤਿਲਕ ਕਢਾਏ। ਆਖਰੀਆਂ ਪੰਕਤੀਆਂ 'ਚ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਕਹਿੰਦੇ ਜਿਤਨੇ ਭਗਤ ਹਰ ਸੇਵਕਾ, ਜਿੰਨੇ ਵੀ ਭਗਤ ਨੇ, ਜਿੰਨੇ ਵੀ ਵਾਹਿਗੁਰੂ ਦੇ ਸੇਵਕ ਨੇ, ਚਾਹੇ ਕੋਈ ਨੇ, ਚਾਹੇ ਉਹ ਮਹਾਂਪੁਰਖ ਬਾਬਾ ਰਵਿਦਾਸ ਜੀ ਹੈ, ਚਾਹੇ ਮਹਾਂਪੁਰਖ ਬਾਬਾ ਨਾਮਦੇਵ ਜੀ ਹੈ, ਚਾਹੇ ਮਹਾਂਪੁਰਖ ਬਾਬਾ ਕਬੀਰ ਜੀ ਹੈ, ਜਿੰਨੇ ਵੀ ਭਗਤ ਹੈ, ਜਿੰਨੇ ਵੀ ਸੇਵਕ ਹੈ ਪ੍ਰਮਾਤਮਾ ਦੇ, ਕਹਿੰਦੇ ਇੱਕ ਗੱਲ ਚੇਤੇ ਰੱਖਣੀ ਸਿੱਖੋ, ਜਿਤਨੇ ਭਗਤ ਹਰ ਸੇਵਕਾ, ਕਹਿੰਦੇ ਮੁਖ 68 ਤੀਰਥ, ਤਿੰਨ ਤਿਲਕ ਕਢਾਏ। ਆ ਜਿਹੜੇ 68 ਤੀਰਥ ਮੰਨੇ ਜਾਂਦੇ ਆ ਨਾ ਹਿੰਦੂ ਮਤ ਦੇ ਵਿੱਚ, ਸਨਾਤਨ ਮਤ ਦੇ ਵਿੱਚ, ਕਹਿੰਦੇ ਇਹ 68 ਤੀਰਥ ਵੀ ਇਹ ਭਗਤਾਂ ਦੇ ਮੱਥੇ ਤੇ, ਸੇਵਕਾਂ ਦੇ ਮੱਥੇ ਦੇ ਉੱਤੇ ਤਿਲਕ ਲਾਉਂਦੇ ਆ। ਭਾਵ ਕੀ ਹੈ ਕਿ ਇਹ 68 ਤੀਰਥ ਵੀ ਉਹਨਾਂ ਦਾ ਸਤਿਕਾਰ ਕਰਦੇ ਆ। ਜਿਹੜੇ ਕਰਤਾਰ ਦੀ ਬੰਦਗੀ ਕਰਨ ਵਾਲੇ ਭਗਤ ਹੈ, ਜਿਹੜੇ ਕਰਤਾਰ ਦੀ ਬੰਦਗੀ ਕਰਨ ਵਾਲੇ ਸੇਵਕ ਹੈ, ਉਹਨਾਂ ਦਾ ਮਾਣ ਸਤਿਕਾਰ ਅਦਬ ਇਹ 68 ਤੀਰਥ ਵੀ ਕਰਦੇ ਆ। ਅਸੀਂ 68 ਤੀਰਥਾਂ ਤੇ ਜਾਂਦੇ ਆ ਨਾ ਨਹਾਉਣ, ਮਹਾਰਾਜ ਕਹਿੰਦੇ ਇਹ 68 ਤੀਰਥ ਤਾਂ ਬੰਦਗੀ ਕਰਨ ਵਾਲਿਆਂ ਦਾ ਸਤਿਕਾਰ ਕਰਦੇ ਆ, ਭਗਤੀ ਕਰਨ ਵਾਲਿਆਂ ਦਾ ਸਤਿਕਾਰ ਕਰਦੇ ਆ। ਤੁਸੀਂ ਜੇ ਕੁਝ ਖੱਟਣਾ ਤੇ ਬੰਦਗੀ ਭਗਤੀ ਵਾਲਿਆਂ ਦਾ ਸਤਿਕਾਰ ਕਰਿਆ ਕਰੋ। ਇਹ ਸਮਝਾ ਰਹੇ ਆ ਧੰਨ ਗੁਰੂ ਰਾਮਦਾਸ ਮਹਾਰਾਜ। ਅਦਬ ਕਰਿਆ ਕਰੋ ਬੰਦਗੀ ਕਰਨ ਵਾਲਿਆਂ ਦਾ, ਭਗਤੀ ਕਰਨ ਵਾਲਿਆਂ ਭਗਤਾਂ ਦਾ। ਇਹ ਪਾਤਸ਼ਾਹ ਜੀ ਦੱਸਦੇ ਨੇ, ਜਨ ਨਾਨਕ ਤਿਨ ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਆਖਰ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੇ ਕਿਰਪਾ ਕਰੇ ਹਰ ਰਾਏ। ਜੇ ਕਿਤੇ ਕਿਰਪਾ ਕਰ ਦੇਵੇ, ਕੌਣ ਕਿਰਪਾ ਕਰ ਦੇਵੇ? ਹਰ ਰਾਏ, ਹਰੀ ਪਾਤਸ਼ਾਹ ਵਾਹਿਗੁਰੂ। ਜੇ ਕਿਤੇ ਵਾਹਿਗੁਰੂ ਕਿਰਪਾ ਕਰ ਦੇਵੇ, ਜਨ ਨਾਨਕ ਤਿਨ ਕਉ ਅਨ ਦਿਨ ਪਰਸੇ। ਅਸੀਂ ਤਾਂ ਭਾਈ ਕਹਿੰਦੇ ਇਹਨਾਂ ਨੂੰ ਹਰ ਰੋਜ਼ ਪਰਸਿਆ ਕਰੀਏ, ਹਰ ਰੋਜ਼ ਛੋਇਆ ਕਰੀਏ, ਹਰ ਰੋਜ਼ ਇਹਨਾਂ ਦਾ ਸਤਿਕਾਰ ਕਰਿਆ ਕਰੀਏ। ਕਿੰਨਾ ਦਾ ਗੁਰੂ ਪਿਆਰਿਓ, ਜੇ ਵਾਹਿਗੁਰੂ ਕਿਰਪਾ ਕਰਦੇ ਅਸੀਂ ਤਾਂ ਹਰ ਰੋਜ਼ ਹੀ ਇਹਨਾਂ ਦਾ ਸਤਿਕਾਰ ਕਰਿਆ ਕਰੀਏ, ਹਰ ਰੋਜ਼ ਹੀ ਇਹਨਾਂ ਦੇ ਚਰਨਾਂ ਨੂੰ ਛੂਹਿਆ ਕਰੀਏ। ਕਿੰਨਾਂ ਦੇ? ਜਿਹੜੇ ਭਗਤ ਨੇ, ਬੰਦਗੀ ਕਰਨ ਵਾਲੇ, ਭਗਤੀ ਕਰਨ ਵਾਲੇ, ਸੇਵਾ ਕਰਨ ਵਾਲੇ। ਇਹਨਾਂ ਦਾ ਸਤਿਕਾਰ ਕਰੀਏ, ਇਹਨਾਂ ਦਾ ਮਾਣ ਕਰੀਏ, ਇਹਨਾਂ ਦਾ ਅਦਬ ਕਰੀਏ। ਜੇ ਕਿਤੇ ਸਾਡੇ ਤੇ ਮਾਲਕ ਕਿਰਪਾ ਕਰਦੇ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰ ਪਿਆਰਿਓ ਸਾਨੂੰ ਸਮਝਾ ਰਹੇ ਨੇ। ਇਸ ਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਇਤਿਹਾਸ ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੈ, ਖਿਮਾ ਦੇ ਜਾਚਕ ਹਾਂ। ਆਖਰੀਆਂ ਪੰਕਤੀਆਂ ਪੜ੍ਹ ਕੇ ਗੁਰ ਪਿਆਰਿਓ ਸਮਾਪਤੀ ਕਰਨੀ ਹੈ। ਇੱਕ ਗੁਰੂ ਪਿਆਰਿਓ ਬੇਨਤੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਜਿੱਥੇ ਅਸੀਂ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉੱਥੇ ਗਵਾਲੀਅਰ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਰਿਹਾ ਹੋਣ ਦਾ ਵੀ 400 ਸਾਲਾ ਪ੍ਰਕਾਸ਼ ਪੁਰਬ ਜਿਹੜਾ ਹੈ ਉਹ 3, 4, 5 ਅਕਤੂਬਰ ਨੂੰ ਗਵਾਲੀਅਰ ਦੇ ਵਿੱਚ ਮਨਾਇਆ ਜਾਣਾ ਹੈ। ਆਪਾਂ ਇਹਨਾਂ ਸ਼ਤਾਬਦੀਆਂ ਤੋਂ ਭਰਪੂਰ ਜਿਹੜਾ ਹੈ ਉਹ ਲਾਹਾ ਲੈਣਾ। ਲਾਹਾ ਕੀ ਲੈਣਾ? ਅਸੀਂ ਗੁਰੂ ਕੇ ਸਿਧਾਂਤ ਨੂੰ ਜਾਣਨਾ ਹੈ, ਗੁਰੂ ਕੀ ਮਰਿਆਦਾ ਜਿਹੜੀ ਹੈ ਗੁਰੂ ਪਿਆਰਿਓ ਇਸ ਦਾ ਧਾਰਨੀ ਬਣਨਾ ਹੈ, ਨਿਤਨੇਮੀ ਬਣਨਾ ਹੈ, ਭਜਨ ਸਿਮਰਨ ਦੇ ਧਾਰਨੀ ਬਣਨਾ ਹੈ। ਆਓ ਆਖਰੀਆਂ ਪੰਕਤੀਆਂ ਪੜ੍ਹੀਏ। ਜਿਤਨੇ ਭਗਤ ਹਰ ਸੇਵਕਾ, ਮੁਖ 68 ਤੀਰਥ, ਤਿੰਨ ਤਿਲਕ ਕਢਾਏ। ਜਨ ਨਾਨਕ ਤਿਨ ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।